ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਜਾ ਕਰਸ ਗੁਫਤਮ ਪੇਸ਼ ਤੋ ਦਰ ਘੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਇਲ ਗਿਰਫਤੈ ਦਿਲ ਹੇਚ ਨਦਾਨੀ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਿਰ ਬੇਅਫਤਮ ਕਸ ਨ ਦਾਰਦ ਚੂੰ ਸ਼ਬਦ ਤਕਬੀਰ। ਸਭ ਰੋਜ਼ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨ ਨੇਕੀ ਕਾਰ ਕਰਦਮ ਮਮ ਈਚਨੀ ਅਹਵਾਲ। ਬਦ ਬਖਤ ਹਨ ਚੁਪ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਤ ਜੰਤੁਰਾ ਤੇਰੇ ਚਾਕਰਾਂ ਪਾਖਾਕ। ਵਾਹਿਗੁਰੂ ਸਾਹਿਬ ਜੀ। ਜਲ ਤੇ ਓਪਤ ਭਈ ਹੈ ਕਾਸਟ ਕਾਸਟ ਅੰਗ ਤਰਾਵੈ ਗੋ। ਰਾਮ ਜਨਾਹਰ ਆਪ ਸਵਾਰੇ ਆਪਣਾ ਬਿਰਦ ਰਖਾਵੈ ਗੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ 'ਚ ਸੁਭਾਏਮਾਨ ਹੋ ਕੇ ਵੀਕਐਂਡ ਦੇ ਦੀਵਾਨ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ, ਵੱਡੇ ਭਾਗਾਂ ਵਾਲੇ ਹੋ। ਆਪ ਜੀ ਨੇ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਕੋਲੋਂ ਕੀਰਤਨ ਸ਼ਰਵਣ ਕੀਤਾ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਵਾਹਿਗੁਰੂ ਦੀ ਕਿਰਪਾ ਨਾਲ ਸਾਵਣ ਦਾ ਮਹੀਨਾ ਸ਼ੁਰੂ ਹੋਇਆ ਹੈ ਔਰ ਉਸ ਮਹੀਨੇ ਵਿੱਚ ਸ਼ੁਰੂਆਤ ਵਿੱਚ ਹੀ ਆਪਾਂ ਸਾਰਿਆਂ ਨੇ ਮਹਾਨ ਸ਼ਹੀਦ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਤੇ ਮਨਾ ਰਹੇ ਹਾਂ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇੱਕ ਐਸੇ ਆਦਰਸ਼ ਹਨ ਸਾਡੇ ਪੰਥ ਵਿੱਚ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਖਸ਼ੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਐਸਾ ਦ੍ਰਿੜ ਨਿਸ਼ਚਾ ਐਸਾ ਪੱਕਾ ਵਿਸ਼ਵਾਸ ਗੁਰੂ ਮਹਾਰਾਜ ਦੇ ਬਚਨਾਂ ਤੇ ਗੁਰੂ ਕੇ ਖਾਲਸੇ ਦਾ ਹੋਣਾ ਚਾਹੀਦਾ ਹੈ। ਇਹ ਭਾਈ ਤਾਰੂ ਸਿੰਘ ਨੇ ਪੂਰੀ ਦੁਨੀਆ ਨੂੰ ਦਿਖਾ ਦਿੱਤਾ। ਉਹ ਕੈਸਾ ਸਮਾਂ ਸੀ ਜਦੋਂ ਸਾਧ ਸੰਗਤ ਜੀ ਜ਼ਕਰੀਆ ਖਾਨ ਪੰਜਾਬ ਦਾ ਗਵਰਨਰ ਬਾਰ-ਬਾਰ ਕਹਿੰਦਾ ਸੀ ਸਿਰ ਪਰ ਹੋਵੇਂ ਜਿਸ ਕੇ ਕੇਸ ਰਹਿਣ ਨਾ ਦੇਵੋ ਆਪਣੇ ਦੇਸ਼। ਜਿਹਦੇ ਸਿਰ ਤੇ ਕੇਸ ਦਾੜੀ ਹੋਣਗੇ ਮੈਂ ਆਪਣੇ ਦੇਸ਼ 'ਚ ਰਹਿਣ ਨਹੀਂ ਦੇਣਾ। 1725-26 ਤੋਂ ਲੈ ਕੇ 45 ਤੱਕ 20-22 ਸਾਲ ਇਸ ਜ਼ਾਲਮ ਨੇ ਰਾਜ ਕੀਤਾ ਪੰਜਾਬ ਉੱਤੇ। ਇੰਨਾ ਜ਼ੁਲਮ ਕੀਤਾ, ਇੰਨਾ ਉਹਨੇ ਸ਼ਹੀਦਾਂ ਦੇ ਸਿਰਾਂ ਦੇ ਬੁਰਜ ਉਸਾਰ ਦਿੱਤੇ। ਪੰਥ ਪ੍ਰਕਾਸ਼ ਵਿੱਚ ਲਿਖਿਆ ਕਈ ਚਰਖ ਕਈ ਫਾਂਸੀ ਮਾਰੇ, ਕਈ ਤੋਪਨ ਕਈ ਛੁਰੀ ਕਟਾਰੇ, ਕਈਆਂ ਕੇ ਸਿਰ ਮੁੰਗਲੀ ਕੂਟੇ, ਕਈ ਡੋਬੇ ਕਈ ਘਸੀਟੇ। ਇੱਕ ਤਰੀਕੇ ਨਾਲ ਨਹੀਂ ਸੀ ਸਿੱਖਾਂ ਨੂੰ ਮਾਰਦੇ, 18 ਤਰੀਕੇ ਸੀਗੇ ਮਾਰਨ ਦੇ। ਕਿਸੇ ਨੂੰ ਚਰਖੜੀ ਦੇ ਚਾੜ ਕੇ ਉਹਦੀਆਂ ਹੱਡੀਆਂ ਚੂਰ ਕਰਕੇ ਉਹਨੂੰ ਤੜਫਾ ਕੇ ਮਾਰਨਾ, ਕਈਆਂ ਨੂੰ ਫਾਂਸੀ ਤੇ ਲਟਕਾ ਦੇਣਾ, ਕਈਆਂ ਨੂੰ ਤੋਪਾਂ ਦੇ ਅੱਗੇ ਉਡਾ ਦੇਣਾ, ਕਈਆਂ ਨੂੰ ਛੁਰੀਆਂ ਕਟਾਰਾਂ ਨਾਲ ਛੋਟਾ ਛੋਟਾ ਕਰਕੇ ਕੱਟ ਦੇਣਾ, ਵੱਢ ਦੇਣਾ। ਕਈਆਂ ਦਾ ਸਰੀਰ ਜਮੂਰਾਂ ਦੇ ਨਾਲ ਮਾਸ ਉਤਾਰ ਦੇਣਾ, ਗਰਮ ਜਮੂਰ ਕਰਕੇ ਬੋਟੀਆਂ ਉਤਾਰ ਦੇਣੀਆਂ। ਇਸ ਤੋਂ ਇਲਾਵਾ 7 ਸਿੰਘਾਂ ਦੀ ਸ਼ਹੀਦੀ ਹੋਈ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਨਾ। ਭੱਟਾਂ ਦੇ ਸਵਈਏ ਭੱਟ ਭਿੱਖਾ ਜੀ ਦੀ ਔਲਾਦ ਵਿੱਚੋਂ 7 ਸਿੰਘ ਹੋਏ ਨੇ।
ਜ਼ਕਰੀਆ ਖਾਨ ਨੇ ਟੋਆ ਪੱਟ ਕੇ ਬਹੁਤ ਡੂੰਘਾ, ਜਿਵੇਂ ਆਪਾਂ ਘਰ 'ਚ ਕੋਈ ਖੂਹ ਪੱਟਦੇ ਹਾਂ, ਟੋਆ ਪੱਟਦੇ ਹਾਂ, ਮਿੱਟੀ ਪੱਟ ਕੇ 7 ਸਿੰਘਾਂ ਨੂੰ ਥੱਲੇ ਲੰਮਿਆਂ ਪਾ ਕੇ ਉੱਤੇ ਮਿੱਟੀ ਪਾ ਦਿੱਤੀ ਜਿਉਂਦਿਆਂ ਦੇ ਉੱਤੇ। ਕਹਿੰਦਾ ਮੈਂ ਤੁਹਾਡੀਆਂ ਜਿਉਂਦਿਆਂ ਦੀਆਂ ਕਬਰਾਂ ਬਣਾ ਦਿਆਂਗਾ। ਉਹ 7 ਸਿੰਘ ਕਿਵੇਂ ਸ਼ਹੀਦ ਹੋਏ ਹੋਣਗੇ ਤੁਸੀਂ ਅੰਦਾਜ਼ਾ ਲਾਓ, ਜਿਨ੍ਹਾਂ ਦੇ ਉੱਤੇ ਮਣਾ ਮੂੰਹ ਮਿੱਟੀ ਪੈ ਜਾਵੇ ਤੇ ਕਿਵੇਂ ਸਵਾਸ ਨਿਕਲਦੇ ਹਨ, ਕਿਵੇਂ ਬੰਦੇ ਦੀ ਜਾਨ ਤੜਫਦੀ ਹੈ। ਇੱਦਾਂ ਉਹ ਸ਼ਹੀਦ ਕਰਦਾ ਸੀ ਜ਼ਕਰੀਆ ਖਾਨ। ਭਾਈ ਮਨੀ ਸਿੰਘ ਦੇ ਨਾਲ ਭਾਈ ਗੁਲਜ਼ਾਰਾ ਸਿੰਘ ਦੀ ਪੁੱਠੀ ਖੱਲ ਉਤਾਰ ਦਿੱਤੀ। ਜਿਵੇਂ ਲੋਕ ਬੱਕਰੇ ਦੀ ਖੱਲ ਲਾਂਦੇ ਹੈ ਨਾ, ਇੱਦਾਂ ਉਹਨੇ ਸਿੰਘਾਂ ਦੀਆਂ ਖੱਲਾਂ ਲਾਈਆਂ ਪੁੱਠੀਆਂ। ਇੱਕ ਨਹੀਂ, ਬਹੁਤ ਸਾਰੇ ਤਰੀਕਿਆਂ ਨਾਲ ਉਸ ਜ਼ਾਲਮ ਨੇ ਸਿੱਖੀ ਨੂੰ ਖਤਮ ਕਰਨ ਦੇ ਯਤਨ ਕੀਤੇ। ਤੇ ਉਹਦੇ ਰਾਜ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪੂਲੇ ਪਿੰਡ ਵਿੱਚ ਨਿਵਾਸ ਕਰਦੇ। ਇੱਕ ਉਹਨਾਂ ਦੀ ਮਾਤਾ ਜੀ, ਇੱਕ ਉਹਨਾਂ ਦੀ ਭੈਣ ਬੀਬੀ ਤਾਰੋ, ਤਿੰਨੇ ਹੀ ਜੀ ਸਨ। ਪਿਤਾ ਜੀ ਜੰਗਾਂ ਯੁੱਧਾਂ 'ਚ ਸ਼ਹੀਦ ਹੋ ਗਏ ਸਨ, ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਛੱਡ ਕੇ। ਤੇ ਮਾਤਾ ਜੀ ਆਪਣੇ ਪੁੱਤਰ ਤਾਰੂ ਸਿੰਘ ਨੂੰ ਗੁਰਬਾਣੀ ਦੀ ਗੁੜਤੀ ਦਿੱਤੀ, ਕੀਰਤਨ ਸਿਖਾਇਆ, ਬਾਣੀ ਪੜ੍ਹਨੀ ਸਿਖਾਈ, ਨਾਮ ਜਪਣਾ, ਨਿਤਨੇਮ ਕਰਨਾ, ਰਹਿਤ ਵਹਿਤ ਧਾਰ ਪਰਪੱਕ ਰਹਿਣਾ, 10 ਨੋਹਾਂ ਦੀ ਕਿਰਤ ਕਰਨੀ ਤੇ ਵੰਡ ਕੇ ਛਕਣਾ। ਜੋ ਗੁਰਸਿੱਖੀ ਦਾ ਸਾਧ ਸੰਗਤ ਜੀ ਮੁੱਢਲਾ ਅਸੂਲ ਹੈ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਭਾਈ ਤਾਰੂ ਸਿੰਘ ਜੀ ਆਪਣੇ ਨਗਰ ਦੇ ਵਿੱਚ ਰਹਿ ਕੇ 10 ਨੋਹਾਂ ਦੀ ਕਿਰਤ ਕਰਦੇ, ਆਪਣੀ ਖੇਤੀਬਾੜੀ ਵਿੱਚੋਂ ਜਿਹੜੀ ਫਸਲ ਬਣਦੀ ਉਹਦੇ ਨਾਲ ਗੱਫਾ ਪ੍ਰਸ਼ਾਦਾ ਤਿਆਰ ਕਰਕੇ ਆਏ ਗਏ ਸਾਧੂ ਸੰਤ ਗਰੀਬ ਗੁਰਬੇ ਨੂੰ, ਗੁਰੂ ਕੇ ਪਿਆਰਿਆਂ ਨੂੰ, ਸੰਗਤਾਂ ਨੂੰ, ਕੋਈ ਹਿੰਦੂ ਮੁਸਲਮਾਨ ਕੋਈ ਇਨਸਾਨ ਆ ਜਾਵੇ ਉਹਨੂੰ ਪ੍ਰਸ਼ਾਦਾ ਬਿਨਾਂ ਵਿਤਕਰੇ ਦੇ ਛਕਾਉਂਦੇ। ਰਾਤ ਨੂੰ ਗੱਫੇ ਤਿਆਰ ਕਰਕੇ, ਦਾਲਾਂ ਤਿਆਰ ਕਰਕੇ, ਜਿੱਥੇ ਖਾਲਸਾ ਜੰਗਲਾਂ 'ਚ ਹੁੰਦਾ ਸੀ, ਗੁਰੂ ਦੀਆਂ ਲਾਡਲੀਆਂ ਫੌਜਾਂ, ਗੁਰੂ ਕੇ ਸਿੰਘ, ਘੋੜਿਆਂ ਦੀਆਂ ਕਾਠੀਆਂ ਤੇ ਸਾਧ ਸੰਗਤ ਜੀ 100 ਸਾਲ ਰਹੇ ਹਨ। ਅੱਜ ਕੱਲ੍ਹ ਜਿਨ੍ਹਾਂ ਨੇ ਕੁਝ ਕੀਤਾ ਨਹੀਂ ਉਹ ਪੁੱਛਦੇ ਨੇ ਇਹਨਾਂ ਨਿਹੰਗਾਂ ਸਿੰਘਾਂ ਨੇ ਕੀ ਕੀਤਾ ਹੈ। ਖਾਲਸਾ ਜੀ 18ਵੀਂ ਸਦੀ ਦੇ ਵਿੱਚ ਗੁਰੂ ਦੇ ਸਿੰਘਾਂ ਨੇ ਸੀਸ ਤਲੀ ਤੇ ਧਰ ਕੇ ਜ਼ਾਲਮਾਂ ਨਾਲ, ਪਹਿਲਾਂ ਮੁਗਲਾਂ ਨਾਲ, ਫਿਰ ਪਠਾਣਾਂ ਨਾਲ ਖੰਡਾ ਖੜਕਾਇਆ। ਬੜੇ ਬੜੇ ਭਿਆਨਕ ਯੁੱਧ ਲੜੇ ਨੇ ਤੇ ਉਹਨਾਂ ਯੁੱਧਾਂ ਦੇ ਵਿੱਚ ਆਪਣੇ ਪਰਿਵਾਰ, ਬੱਚੇ, ਪੀੜ੍ਹੀਆਂ ਖਤਮ ਕਰਵਾ ਲਈਆਂ। 5 ਪੀੜ੍ਹੀਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਜੰਗਾਂ 'ਚ ਰਹੀਆਂ। ਪੜਦਾਦਾ ਬੁੱਢਾ ਸਿੰਘ, ਦਾਦਾ ਨੌਧ ਸਿੰਘ, ਪਿਓ ਦਾਦਾ ਚੜ੍ਹਤ ਸਿੰਘ, ਪੜਦਾਦਾ ਨੌਧ ਸਿੰਘ, ਲਗੜਦਾਦਾ ਬੁੱਢਾ ਸਿੰਘ, ਪਿਤਾ ਮਾਹ ਸਿੰਘ ਤੇ ਰਣਜੀਤ ਸਿੰਘ ਅੱਗੇ ਉਹਦੇ ਪੁੱਤਰ ਵੀ। ਖਾਲਸੇ ਦਾ ਰਾਜ ਐਵੇਂ ਨਹੀਂ ਕਾਇਮ ਹੋਇਆ। ਉਹਨਾਂ ਸ਼ਹੀਦਾਂ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਨੰਗੇ ਪਿੰਡੇ ਨੰਗੀ ਤੇਗ ਚਲਾਈ, ਜ਼ੁਲਮ ਦਾ ਟਾਕਰਾ ਕੀਤਾ ਤੇ ਖਾਲਸਾ ਜੀ ਜੰਗਲਾਂ 'ਚ ਰਹਿੰਦੇ ਸੀ। ਅੱਜ ਦੀ ਤਰ੍ਹਾਂ ਘਰਾਂ ਵਿੱਚ ਏਸੀ ਕਮਰਿਆਂ 'ਚ ਨਹੀਂ ਸੀ ਰਹਿੰਦੇ। ਇੱਕ ਜੰਗ ਜਾਂ ਇੱਕ ਸਿਰ ਪਟਕਾ ਤੇ ਭੂਰੇ ਗਾਤੀ ਬਾਣਾ ਝਟਕਾ, ਪੰਥ ਪ੍ਰਕਾਸ਼ ਲਿਖਿਆ। ਇੱਕ ਕਛਹਿਰਾ, ਇੱਕ ਦਸਤਾਰ ਤੇ ਨੰਗੀ ਤੇਗ ਤੇ ਨੰਗੀ ਪਿੱਠ ਦੇ ਉੱਤੇ ਵਾਰ ਸਹਿਣੇ ਤੇ ਮਾਰਨੇ। ਉਸ ਵੇਲੇ ਖਾਲਸਾ ਜੰਗਲਾਂ ਵਿੱਚ ਭਾਈ ਤਾਰੂ ਸਿੰਘ ਜੀ ਨੇ ਰੋਜ਼ ਗੱਫਾ ਤਿਆਰ ਕਰਕੇ ਉਹਨਾਂ ਨੂੰ ਪਹੁੰਚਾਉਣਾ। ਭੈਣ ਤੇ ਮਾਤਾ ਲੰਗਰ ਤਿਆਰ ਕਰ ਦਿੰਦੀਆਂ ਤੇ ਤਾਰੂ ਸਿੰਘ ਬਚਾ ਹੁੰਦਾ। ਅੱਜ ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰ ਰਹੇ ਨੇ, ਲੰਗਰ ਤਿਆਰ ਹੋ ਰਿਹਾ ਹੈ। ਇੱਕ ਰਾਹਗੀਰ ਮੁਸਲਮਾਨ ਜਾਤ ਦਾ ਮਾਛੀ ਆ ਕੇ ਬੈਠ ਗਿਆ, ਬੜਾ ਨਿੰਮੋ ਝੂਣਾ ਜਿਹਾ ਹੋਇਆ, ਸਿਰ ਦੀ ਪੱਗ ਢੱਠੀ ਹੋਈ ਹੈ, ਚਿਹਰੇ ਦਾ ਰੰਗ ਉਡਿਆ ਹੋਇਆ, ਬੁੱਲਾਂ ਤੇ ਸਿਕਰੀ ਜਮੀ ਹੋਈ ਹੈ, ਬੜਾ ਉਦਾਸ। ਭਾਈ ਤਾਰੂ ਸਿੰਘ ਨੇ ਰਹਿ ਰਾਸ ਦਾ ਭੋਗ ਪਾ ਕੇ ਪੁੱਛਿਆ, ਬਾਪੂ ਜੀ ਕਿੱਥੋਂ ਆਏ ਹੋ ਤੇ ਤੁਹਾਡੇ ਚਿਹਰੇ ਦੇ ਉੱਤੇ ਜਿਹੜੀ ਉਦਾਸੀ ਹੈ ਦਾ ਕਾਰਨ ਕੀ ਹੈ? ਉਹਨੇ ਆਖਿਆ, ਮੈਂ ਪੱਟੀ ਦਾ ਰਹਿਣ ਵਾਲਾ ਗਰੀਬ ਹਾਂ, ਜਾਤ ਦਾ ਮਾਛੀ ਮੁਸਲਮਾਨ। ਮੇਰੀ 18 ਸਾਲ ਦੀ ਨੌਜਵਾਨ ਲੜਕੀ ਨੂੰ ਪੱਟੀ ਦੇ ਨਵਾਬ ਨੇ ਚੁੱਕ ਲਿਆ ਹੈ।
बड़े मिन्नतां तरले कीते है, वो मेरी लड़की वापस नहीं देंदा। मैं जकरिया खां को लाहौर गया सी, नवाब अगे जाके बेनती की वे तेरी गल मान लेगा, तू मेरी बच्ची मैनू वापस दवा दे। अगों उन्हें भी मैनू टिचर कीतियां ने, कहता तेरी लड़की तो अमीरां दे घर नवाबां दे घर राणी बन के रहेगी, तू की करना, छड्ड परे हुण। इस तरह मैं हुण सारे पासों निराश हाँ। उन्हें आख्या बापू जी प्रशादा दे छक लो, फिर तुहानू तुहाडी गल सुणांगे। कहता मैं प्रशादा की छकां, मेरे अंदर प्रशादा लंघदा ही नहीं। भाई तारू सिंह जी ने हौसला दिता, दिलासा दिता, प्रशादा छकाया ते नाल आख्या जे गुरु नू पाया तेरी लड़की सवेरे घर आ जाएगी। रात नू जेड़े जुझारू सिंह गुरु के प्यारे जंगलों विचों निकले प्रशादा छकण आए, उन्हां नू गप्फा छकाया ते नाल दसिया भी ऐदां दा एक वाकिया है। उन्हां सिंघां ने हरौल दसदा भेज के फटाफट रातों रात ही पट्टी दे नवाब नू सौदा ला के बच्ची नू अपने पिता जी को पहुँचा के ते उत्थे सफाई कर दिती। पर हुण जिहड़ी गल घटना वापर गई, पट्टी दे नवाब दा कतल होना पूरे पंजाब दे विच एक चर्चा दा विशा सी, सरकार वास्ते भी चिंता दा विशा सी। जकरिया खान नूं पता लगा, जदों इस गल दी खोज की गई तो साध संगत जी साडे अपने विच ही हमेशा गदार हुंदे आए। हर भगत निरंजनीया जंडियाले वाला ਇਹਦੇ ਵੱਡੇ ਵਡੇਰੇ गुरु घर तो बख्शिश ਲਈ सी। बाबा हंधाल जी होए ने जंडियाले दे। गुरु महाराज गुरु अमरदास साहब दे लंगर च आटा गुन्नण दी सेवा करया करदे सन। जदों महाराज गुरु अमरदास साहब जी गोइंदवाल साहब लंगर च गेड़ा मारन आए, उदों बाबा हंधाल आटा गुन रहे सी ते हथ आटे नाल लिबड़े होए सी। उन्होंने गुरु महाराज दे चरनां च मत्था टेकना सी, हथ पिछे कर लए ते गुरु साहब दे चरनां ते मत्था टेकिया। गुरु साहब दी बख्शिश होई, बाबे हंधाल दी गद्दी चल गई। बाबे हंधाल दे गद्दी वाले जिहड़े सी वो अजे तक हथ पिछे करके मत्था टेकदे आ, उन्हां दी परंपरा चली आउंदी। पर बाबे हंधाल दा पोतरा अगे उहदी होर 3-4 पीढ़ियां सिੱਖੀ दे उल्ट हो गईयां, अपनी गद्दी वखरी चला लई, अपने आप नूं गुरु नानक तो भी वड्डे कहाण लग पए। जन्म साखी विच भी उन्हां ने विगाड़ पाया सी। जन्म साखी दे विच बाबे हंधाल नूं गुरु नानक तो भी वड्डा शो करन वालियां गल्लां लिख दित्तियां। होर भी कई मनमत दे बचन लिख दिते। उसे गद्दी दे उत्ते जदों भाई तारू सिंह दा समा सी 1745-46 दा, हर भगत निरंजनीया बैठा होया सी। वो सरकार दा टौट सी ते इदां दीयां सूहां लै के पिंडां चों भी किहड़े पिंड च किन्ने सिख रहिंदे ने, किहड़े पिंड दे सिख किदां दे विचार रखदे ने, किहड़े सिख खाड़कू ने, किहड़े उन्हां दे मददगार ने, सरकार नूं रिपोर्टां करया करदा सी। पट्टी दे नवाब दा कतल होण ते ओहदी जदों पौण छाण होई, ਉਹਦੇ ਵਿੱਚ ਭਾਈ ਤਾਰੂ ਸਿੰਘ ਦਾ ਨਾਮ ਹਰ ਭਗਤ ਨਿਰੰਜਨੀਏ ਨੇ ਲਿਆ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਜਦੋਂ ਪਿੰਡ ਤੋਂ ਲੈ ਗਏ ਸਨ, ਉਹਨਾਂ ਦੀ ਭੈਣ ਜੀ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਸੀ, ਬੀਬੀ ਤਾਰੋ ਨੂੰ। ਭੈਣ ਭਰਾ ਦੋਵਾਂ ਨੂੰ ਫੜ ਕੇ ਪੜਾਣੇ ਪਿੰਡ ਦਾ ਜਿਹੜਾ ਠਾਣਾ ਸੀ, ਜਿੱਥੋਂ ਦਾ ਭਾਈ ਬੋਤਾ ਸਿੰਘ ਜੀ ਹੋਏ ਨੇ, ਉਹ ਪੜਾਣਾ ਪਿੰਡ ਜਿਹੜਾ ਹੁਣ ਲਾਹੌਰ ਦੇ ਇਲਾਕੇ 'ਚ ਰਹਿ ਗਿਆ ਪਾਕਿਸਤਾਨ ਵੱਲ, ਉੱਥੇ ਸਾਧ ਸੰਗਤ ਜੀ ਇਹ ਠਾਣਾ ਸੀ ਪੁਲਿਸ ਦਾ। ਉੱਥੇ ਰਾਤ ਭਾਈ ਤਾਰੂ ਸਿੰਘ ਨੂੰ ਤੇ ਬੀਬੀ ਤਾਰੋ ਨੂੰ ਇਹਨਾਂ ਨੇ ਰੱਖਿਆ। ਜਿਹੜੇ ਪਿੰਡ ਦੇ ਸਿੱਖ ਸਨ ਜਾਂ ਕੋਈ ਸਹਿਜਧਾਰੀ ਪਿਆਰੇ ਸਨ, ਭਾਈ ਤਾਰੂ ਸਿੰਘ ਦੇ ਮਿੱਤਰ ਸਨ, ਉਹਨਾਂ ਨੇ ਪੁਲਿਸ ਵਾਲਿਆਂ ਨੂੰ ਪੈਸੇ ਦੇ ਲੈ ਕੇ ਸਮਝਾ ਬੁਝਾ ਕੇ ਬੀਬੀ ਤਾਰੋ ਤਾਂ ਛੁਡਾ ਲਈ ਸੀ ਵੀ ਬੱਚੀ ਦਾ ਕੋਈ ਕਸੂਰ ਨਹੀਂ, ਬੀਬੀ ਨੂੰ ਕਿਉਂ ਲੈ ਚੱਲੇ ਹੋ। ਬੀਬੀ ਤਾਂ ਛੁਡਾ ਲਈ, ਪਰ ਭਾਈ ਤਾਰੂ ਸਿੰਘ ਨੂੰ ਜਦੋਂ ਛੁਡਾਉਣ ਦੀ ਗੱਲ ਕਹੀ ਤੇ ਉਹ ਕਹਿੰਦੇ ਨਹੀਂ ਖਾਲਸਾ ਜੀ, ਸਾਨੂੰ ਛੁਡਾਓ ਨਾ,
ਸਿੰਘਾਂ ਨੇ ਆਖਿਆ ਭਾਈ ਸਾਹਿਬ ਤੁਹਾਨੂੰ ਕਿਉਂ ਨਾ ਛੁਡਾਈਏ, ਤੁਸੀਂ ਕਿਹੜਾ ਕੋਈ ਕਤਲ ਕੀਤਾ ਹੈ, ਕੋਈ ਦੋਸ਼ ਕੀਤਾ ਹੈ, ਕੋਈ ਗੁਨਾਹ ਕੀਤਾ ਹੈ। ਇਹ ਜ਼ਾਲਮ ਸਰਕਾਰ ਹੈ, ਤੁਹਾਡੇ ਵਰਗੇ ਪਰਉਪਕਾਰੀ ਨੌਜਵਾਨਾਂ ਨੂੰ ਸ਼ਹੀਦ ਕਰ ਦਿੰਦੀ ਹੈ। ਅਸੀਂ ਤੁਹਾਨੂੰ ਇੱਥੇ ਪੈਸਿਆਂ ਨਾਲ ਛੁਡਾ ਲਈਏ, ਜਾਂ ਜੇ ਪੈਸੇ ਲੈ ਕੇ ਵੀ ਨਹੀਂ ਛੱਡਦੇ ਤੇ ਖਾਲਸੇ ਨੂੰ ਖਬਰ ਕਰ ਦਿੰਦੇ ਆ, ਉਹ ਤੁਹਾਨੂੰ ਹਮਲਾ ਕਰਕੇ ਰਸਤੇ 'ਚੋਂ ਛੁਡਾ ਕੇ ਲੈ ਜਾਣਗੇ। ਭਾਈ ਸਾਹਿਬ ਕਹਿੰਦੇ ਨਹੀਂ, ਨਾ ਸਾਨੂੰ ਪੈਸੇ ਦੇ ਕੇ ਛੁਡਾਓ ਤੇ ਨਾ ਸਾਨੂੰ ਕਿਸੇ ਹੋਰ ਤਰੀਕੇ ਨਾਲ ਛੁਡਾਓ। ਕਹਿੰਦੇ ਕੀ ਗੱਲ ਭਾਈ ਸਾਹਿਬ, ਤੁਸੀਂ ਛੁੱਟਣਾ ਕਿਉਂ ਨਹੀਂ ਚਾਹੁੰਦੇ, ਜ਼ਾਲਮ ਦੀ ਕੈਦ ਵਿੱਚੋਂ ਬਾਹਰ ਕਿਉਂ ਨਹੀਂ ਆਉਣਾ ਚਾਹੁੰਦੇ? ਭਾਈ ਸਾਹਿਬ ਕਹਿਣ ਲੱਗੇ, ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਨਾ ਮੁਗਲਾਂ ਨੂੰ ਰਾਜ ਦਿੱਤਾ ਸੀ, ਅਸੀਂ ਆਪਣੇ ਸੀਸ ਦੇ ਕੇ ਵਾਪਸ ਲੈਣਾ ਹੈ। ਬੜੀ ਲੰਮੀ ਚੌੜੀ ਕਥਾ ਭਾਈ ਤਾਰੂ ਸਿੰਘ ਜੀ ਨੇ ਉਸ ਵੇਲੇ ਸਿੰਘਾਂ ਨੂੰ ਸੁਣਾਈ ਸੀ, ਜਿਹੜੀ ਪੰਥ ਪ੍ਰਕਾਸ਼ ਵਿੱਚ ਬੜੇ ਵਿਸਥਾਰ ਨਾਲ ਸਾਧ ਸੰਗਤ ਜੀ ਆਪ ਜੀ ਸੁਣਦੇ ਹੋ। ਹੁਣ ਇੰਟਰਨੈਟ ਦੇ ਉੱਤੇ ਪੰਥ ਪ੍ਰਕਾਸ਼ ਦੀ ਕਥਾ ਪਈ ਹੈ। ਭਾਈ ਤਾਰੂ ਸਿੰਘ ਨੇ ਦੱਸਿਆ ਸੀ ਵੀ ਕਿਵੇਂ ਬਾਬਰ ਨੇ ਗੁਰੂ ਨਾਨਕ ਦੇਵ ਜੀ ਕੋਲੋਂ ਰਾਜ ਮੰਗਿਆ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਉਹਨੂੰ ਰਾਜ ਦਿੱਤਾ ਸੀ, ਤੇ ਇਹ ਰਾਜ ਹੁਣ ਅਸੀਂ ਵਾਪਸ ਲੈਣਾ, ਸ਼ਹੀਦੀਆਂ ਪਾ ਕੇ ਲੈਣਾ, ਇਹਨਾਂ ਨੂੰ ਝੂਠੇ ਕਰਕੇ ਮਾਰਨਾ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲਿਜਾਇਆ ਗਿਆ, ਜ਼ਕਰੀਏ ਦੇ ਪੇਸ਼ ਕੀਤਾ ਗਿਆ, ਬੜੀਆਂ ਉਹਨਾਂ ਨੂੰ ਲਾਲਚ ਵੀ ਦਿੱਤੇ ਗਏ ਤੇ ਡਰਾਵੇ ਵੀ ਦਿੱਤੇ ਗਏ, ਬੜੇ ਤਸੀਹੇ ਦਿੱਤੇ ਗਏ, ਚਰਖੜੀ ਤੇ ਚਾੜ ਕੇ ਵੀ ਉਹਨਾਂ ਦੇ ਸਰੀਰ ਦੇ ਅੰਗ ਤੋੜੇ ਗਏ। ਸਾਰੇ ਪੰਜਾਬ ਵਿੱਚ ਖਬਰ ਫੈਲ ਗਈ ਵੀ ਸੰਤ ਸਰੂਪ ਭਾਈ ਤਾਰੂ ਸਿੰਘ ਨੂੰ ਵੀ ਜ਼ਾਲਮ ਸਰਕਾਰ ਲਾਹੌਰ ਤਸੀਹੇ ਦੇ ਰਹੀ ਹੈ। ਉਧਰੋਂ ਭਾਈ ਮਤਾਬ ਸਿੰਘ ਜੀ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਸਨ 1740 ਦੇ ਵਿੱਚ, ਉਦੋਂ ਦੇ ਹੀ ਬਾਹਰ ਭਗੌੜੇ ਰਹਿ ਰਹੇ ਸਨ, ਕਿਉਂਕਿ ਸਿੰਘਾਂ ਨੂੰ ਪਿੰਡਾਂ ਘਰਾਂ 'ਚ ਰਹਿਣ ਦਾ ਉਦੋਂ ਕੋਈ ਆਰਡਰ ਨਹੀਂ ਸੀ। ਜਿੱਥੇ ਸਿੰਘ ਮਿਲਦਾ ਸੀ ਗੋਲੀ ਮਾਰ ਦਿੰਦੇ ਸਨ। ਸਿਰ ਪਰ ਹੋਵੇਂ ਜਿਸਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼। ਭਾਈ ਮਤਾਬ ਸਿੰਘ ਨੂੰ ਪਤਾ ਲੱਗਾ ਵੀ ਤਾਰੂ ਸਿੰਘ ਗ੍ਰਿਫਤਾਰ ਹੋ ਗਏ ਨੇ, ਬੜੇ ਮਹਾਂਪੁਰਸ਼ ਸਾਧੂ ਬੰਦਗੀ ਵਾਲੇ। ਕਹਿੰਦੇ ਉਹਨਾਂ ਨੇ ਸ਼ਹੀਦ ਹੋ ਜਾਣਾ ਤੇ ਸਾਨੂੰ ਉਹਨਾਂ ਦੇ ਦਰਸ਼ਨ ਨਹੀਂ ਹੋਣੇ। ਅੱਜ ਕੱਲ ਦੇ ਸਾਧ ਸੰਗਤ ਜੀ, ਕੋਈ ਸਿੱਖ ਸੁੱਖ ਵਿੱਚ ਵੀ ਕਿਸੇ ਸਿੱਖ ਨੂੰ ਫਤਿਹ ਨਹੀਂ ਬੁਲਾਉਂਦਾ। ਹਾਲਾਂਕਿ ਮਹਾਰਾਜ ਦਾ ਹੁਕਮ ਹੈ, ਆਗੇ ਆਵਦ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੇ। ਗੁਰੂ ਦਾ ਸਿੰਘ ਉਹ ਜਿਹੜਾ ਸਿੰਘ ਨੂੰ ਵੇਖ ਕੇ ਖੁਸ਼ ਹੋਵੇ, ਮੱਥਾ ਖਿੜ ਜਾਵੇ ਤੇ ਨੇਤਰਾਂ 'ਚ ਖੁਸ਼ੀ ਝਲਕੇ ਵੀ ਇਹ ਗੁਰੂ ਦਾ ਸਿੰਘ ਮਿਲਿਆ। ਤੇ ਜੇ ਮੱਥੇ ਤੇ ਤਿਉੜੀ ਪੈਂਦੀ ਹੈ ਤਾਂ ਫਿਰ ਸਮਝੋ ਸਿੱਖੀ ਕੋਈ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅੰਦਰ ਫਿਰ ਉਸ ਬੰਦੇ ਦੇ ਸਿੱਖੀ ਕੋਈ ਨਹੀਂ, ਬਾਹਰ ਬਾਣਾ ਸਿੱਖਾਂ ਦਾ ਪਾਇਆ ਹੋਵੇ। ਤੋ ਭਾਈ ਮਤਾਬ ਸਿੰਘ ਨੇ ਸੋਚਿਆ ਵੀ ਮੈਂ ਤਾਰੂ ਸਿੰਘ ਨੂੰ ਫਤਿਹ ਬੁਲਾਣੀ ਹੈ। ਜਿਸ ਮਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਨਾਲ ਉਹਦੇ 25-30 ਸਿੰਘ ਰਹਿੰਦੇ ਸਨ, ਜੁਝਾਰੂ ਯੋਧੇ ਸ਼ਸਤਰ ਧਾਰੀ। ਭਾਈ ਮਤਾਬ ਸਿੰਘ ਆਪਣੇ ਜਥੇ ਦੇ ਸਿੰਘਾਂ ਨੂੰ ਕਹਿਣ ਲੱਗਾ, ਖਾਲਸਾ ਜੀ ਆ ਮੇਰੇ ਸ਼ਸਤਰ ਸਾਂਭ ਲਓ। ਕਿਸੇ ਸਿੰਘ ਨੂੰ ਤਲਵਾਰ ਦਿੱਤੀ, ਕਿਸੇ ਨੂੰ ਆਪਣੀ ਢਾਲ ਦਿੱਤੀ, ਕਿਸੇ ਨੂੰ ਆਪਣਾ ਖੰਡਾ, ਕਿਸੇ ਨੂੰ ਚੱਕਰ, ਕਿਸੇ ਨੂੰ ਬੰਦੂਕ, ਕਿਸੇ ਨੂੰ ਪਿਸਤੌਲ, ਕਿਸੇ ਨੂੰ ਪੇਸ਼ਕਬਜ਼, ਕਿਸੇ ਨੂੰ ਖੰਜਰ। ਸਾਰੇ ਸ਼ਸਤਰ ਸਵਾ ਮਣ ਸਿੰਘਾਂ ਦਾ ਕਮਰ ਕਸਾ ਹੁੰਦਾ ਸੀ। ਮਣ ਮਣ ਲੋਹਾ ਰਖਤ ਮਹਾਨੇ, ਨਹਿ ਮਾਨਤ ਕਾਹੂ ਕੀ ਕਾਨੇ, ਜਾਤ ਗੋਦ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਇਹੋ ਜਿਹੇ ਤਿਆਰ ਬਰ ਤਿਆਰ ਸਿੰਘ ਸ਼ਸਤਰਾਂ ਨਾਲ ਪ੍ਰੇਮ ਕਰਦੇ। ਅੱਜ ਕੱਲ ਦੇ ਸਾਧ ਸੰਗਤ ਜੀ ਸਾਡੇ ਘਰਾਂ ਚੋਂ 3 ਫੁੱਟੀ ਕਿਰਪਾਨ ਵਿਆਹ ਵਾਲੇ ਦਿਨ ਲੱਭਦੇ ਨੇ, ਜਿਸ ਦਿਨ ਮੁੰਡੇ ਨੇ ਘੋੜੀ ਚੜ੍ਹਨਾ ਹੁੰਦਾ ਤੇ ਉਹ ਕਹਿੰਦੇ ਕਿਰਪਾਨ ਕਿੱਥੇ ਹੈ? ਸਾਰਾ ਟੱਬਰ 10 ਘਰਾਂ ਚੋਂ ਜਾ ਕੇ ਕਿਰਪਾਨ ਲੱਭ ਜੇ ਤੇ ਬੜਾ ਸ਼ੁਕਰ ਮੰਨੋ। ਉਹ ਵੀ ਨਹੀਂ ਲੱਭਦੀ ਤੇ ਗੁਰਦੁਆਰੇ ਜਾ ਕੇ ਕਹਿੰਦੇ ਗਿਆਨੀ ਜੀ ਕਿਰਪਾਨ ਦਿਓ, ਬੱਚੇ ਦਾ ਵਿਆਹ ਹੈ। ਅੱਗੇ ਗਿਆਨੀ ਜੀ ਵੀ ਉਹੋ ਜਿਹੇ ਹੁੰਦੇ ਨੇ, ਉਹਨਾਂ ਕੋਲ ਵੀ ਕੋਈ ਨਹੀਂ ਹੁੰਦੀ। ਇਹ ਸਿੱਖਾਂ ਦਾ ਹਾਲ ਹੈ, ਜਿਹੜੇ ਆਪਾਂ ਗੁਰੂ ਗੋਬਿੰਦ ਸਿੰਘ ਦੇ ਵਾਰਿਸ ਆ, ਸ਼ਸਤਰਾਂ ਦੇ ਧਾਰਨੀ ਆ। ਉਦਾਂ ਦਾਅਵੇ ਸਾਡੇ ਬੜੇ ਵੱਡੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਣ ਮਣ ਲੋਹਾ ਰਖਤ ਮਹਾਨੇ, ਮਣ ਮਣ ਸ਼ਸਤਰ ਚੁੱਕੇ ਹੁੰਦੇ ਸੀ।
ਮਤਾਬ ਸਿੰਘ ਨੇ ਆਪਣੇ ਸ਼ਸਤਰ ਸਾਥੀਆਂ ਨੂੰ ਵੰਡ ਦਿੱਤੇ। ਕਿਸੇ ਨੂੰ ਦੁਮਾਲੇ ਦਾ ਚੱਕਰ ਦੇਤਾ, ਕਿਸੇ ਨੂੰ ਢਾਲ ਦੇਤੀ, ਕਿਸੇ ਨੂੰ ਖੰਡਾ, ਕਿਸੇ ਨੂੰ ਕਿਰਪਾਨ, ਕਿਸੇ ਨੂੰ ਬੰਦੂਕ। ਸਾਰੇ ਸਿੰਘ ਹੈਰਾਨ ਸੀਗੇ ਵੀ ਅੱਜ ਜਥੇਦਾਰ ਕੀ ਕਰ ਰਿਹਾ, ਆਪਣੇ ਸ਼ਸਤਰ ਦੇ ਰਿਹਾ। ਸਾਰੇ ਸ਼ਸਤਰ ਦੇ ਕੇ ਕਹਿਣ ਲੱਗਾ, ਖਾਲਸਾ ਜੀ ਤੁਹਾਡੀ ਸਾਡੀ ਆਖਰੀ ਫਤਿਹ ਹੈ, ਹੁਣ ਦਰਗਾਹ 'ਚ ਮੇਲੇ ਹੋਣਗੇ। ਉਹਨਾਂ ਕਿਹਾ, ਕੀ ਗੱਲ ਜਥੇਦਾਰ ਜੀ, ਤੁਸੀਂ ਕਿੱਥੇ ਚੱਲੇ ਹੋ? ਕਹਿੰਦੇ ਅਸੀਂ ਚੱਲੇ ਹਾਂ ਲਾਹੌਰ ਦੀ ਜੇਲ੍ਹ ਵਿੱਚ। ਹੈ ਭਾਈ ਸਾਹਿਬ, ਲਾਹੌਰ ਦੀ ਜੇਲ੍ਹ 'ਚ ਕਿਉਂ ਚੱਲੇ ਹੋ? ਕਹਿੰਦੇ ਉੱਥੇ ਸਾਡੇ ਮਹਾਂਪੁਰਸ਼ ਸੰਤ ਸਰੂਪ ਭਾਈ ਤਾਰੂ ਸਿੰਘ ਜੀ ਪੂਲਿਆਂ ਵਾਲੇ ਗ੍ਰਿਫਤਾਰ ਹੋਏ ਨੇ, ਉਹ ਤਸੀਹੇ ਸਹਿ ਰਹੇ ਨੇ, ਉਹ ਸ਼ਹੀਦੀ ਪਾ ਰਹੇ ਨੇ। ਅਸੀਂ ਉਹਨਾਂ ਦੇ ਨਾਲ ਸੱਚਖੰਡ ਜਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਆਪਣੇ ਮਿੱਤਰ ਦੇ ਨਾਲ, ਭਾਈ ਤਾਰੂ ਸਿੰਘ ਦੇ ਨਾਲ ਸ਼ਹੀਦੀ ਪਾਣੀ ਹੈ, ਅਸੀਂ ਉੱਥੇ ਚੱਲੇ ਹਾਂ। ਸ਼ਸਤਰ ਤੁਹਾਨੂੰ ਦੇ ਤੇ, ਇੱਕ ਡਾਂਗ ਸਮਾਂ ਵਾਲੀ ਸਲੋਤਰ ਰੱਖ ਲਿਆ ਮੋਢੇ ਤੇ, ਬਾਕੀ ਕੋਈ ਸ਼ਸਤਰ ਨਹੀਂ ਰੱਖਿਆ। ਇੱਕ ਡਾਂਗ ਰੱਖੀ। ਡਾਂਗ ਲੈ ਕੇ ਤੇ ਜਾ ਕੇ ਜਿੱਥੇ ਪੁਲਿਸ ਦੀ ਚੌਂਕੀ ਸੀ ਨਾ ਸ੍ਰੀ ਅੰਮ੍ਰਿਤਸਰ ਤੇ, ਇਹ ਜਿਹੜਾ ਇਲਾਕਾ ਸੀ ਮੀਰਾਂਕੋਟ ਦਾ, ਸਾਰਾ ਮਾਝੇ ਦਾ ਇਲਾਕਾ ਹੀ ਸਰਕਾਰ ਦੀਆਂ ਚੌਂਕੀਆਂ ਹੁੰਦੀਆਂ ਸੀ, ਪੁਲਿਸ ਦੀਆਂ। ਥਾਂ ਥਾਂ ਤੇ ਫੌਜ ਬੈਠੀ ਹੁੰਦੀ ਸੀ। ਫੌਜ ਦੇ ਲਾਗੇ ਜਾ ਕੇ ਬੜਾ ਉੱਚਾ ਜਕਾਰਾ ਗਜਾਇਆ। ਜਦੋਂ ਜਕਾਰਾ ਗੱਜਿਆ ਤੇ ਪਹਿਲਾਂ ਤਾਂ ਚੌਂਕੀ ਵਾਲੇ ਡਰ ਗਏ ਵੀ ਪਤਾ ਨਹੀਂ ਸਿੱਖਾਂ ਦੀ ਕਿੱਡੀ ਕੁ ਫੌਜ ਆ ਗਈ ਹੈ। ਫਿਰ ਉਹਨਾਂ ਨੇ ਵੇਖਿਆ ਵੀ ਇਕੱਲਾ ਹੀ ਸਿੰਘ ਤੁਰਿਆ ਹੁੰਦਾ, ਡਾਂਗ ਮੋਢੇ ਤੇ ਹੈ। ਉਹਨਾਂ ਨੇ ਘੇਰਾ ਪਾਇਆ ਤੇ ਬਾਬਾ ਮਤਾਬ ਸਿੰਘ ਹੋਰਾਂ ਨੇ ਸਲੋਤਰ 'ਚ ਖੜਕਾਉਣਾ ਸ਼ੁਰੂ ਕਰ ਦਿੱਤਾ। ਡਾਂਗ ਦੇ ਨਾਲ ਹੀ 5-7 ਦੇ ਸਿਰ ਭੰਨ ਦਿੱਤੇ, ਲੱਤਾਂ ਬਾਹਾਂ ਤੋੜ ਦਿੱਤੀਆਂ। ਜਦੋਂ 10-20-50 ਬੰਦਿਆਂ ਨੇ ਘੇਰਾ ਪਾਇਆ ਤੇ ਅਕਸਰ ਉਹਨਾਂ ਨੇ ਸੱਟਾਂ ਮਾਰ ਕੇ ਸੁੱਟ ਲਿਆ, ਫੜ ਲਿਆ, ਗ੍ਰਿਫਤਾਰ ਕਰ ਲਿਆ। ਗੱਡੇ ਤੇ ਬਿਠਾ ਕੇ ਭਾਈ ਮਤਾਬ ਸਿੰਘ ਮੀਰਾਂਕੋਟੀਏ ਨੂੰ ਉਹਦੇ ਪਿੰਡ ਮੀਰਾਂਕੋਟ ਲੈ ਕੇ ਆਏ। ਮੀਰਾਂਕੋਟ ਲਿਆ ਕੇ ਪਿੰਡ ਦੀ ਪੰਚਾਇਤ ਨੂੰ, ਪਿੰਡ ਦੇ ਬੰਦਿਆਂ ਨੂੰ, ਬੱਚਿਆਂ ਨੂੰ, ਬੁੱਢਿਆਂ ਨੂੰ ਇਕੱਠੇ ਕਰ ਲਿਆ। ਪਿੰਡ ਦੇ ਲੋਕਾਂ ਨੂੰ ਬੁਲਾ ਕੇ ਕਹਿਣ ਲੱਗੇ ਵੀ ਆਹ ਬੰਦਾ ਕੌਣ ਹੈ? ਉਹ ਜਾਣਦੇ ਤੇ ਸੀਗੇ ਵੀ ਸਾਡਾ ਹੀ ਹੈ ਮਤਾਬ ਸਿੰਘ, ਪਰ ਉਹ ਕਿਸੇ ਨੇ ਨਹੀਂ ਦੱਸਿਆ। ਉਹਨਾਂ ਨੂੰ ਪਤਾ ਸੀ ਵੀ ਜੇ ਅਸੀਂ ਦੱਸਾਂਗੇ ਤੇ ਕਹਿਣਗੇ ਵੀ ਇਹ ਮਤਾਬ ਸਿੰਘ, ਇਹਨੂੰ ਮਾਰ ਦਿਓ। ਉਹ ਉਹਦੀ ਤਫਤੀਸ਼ ਕਰਨੀ ਚਾਹੁੰਦੇ ਸੀ ਵੀ ਬੰਦਾ ਕੌਣ ਹੈ। ਉਹਨਾਂ ਨੂੰ ਸ਼ੱਕ ਸੀ ਵੀ ਇਹ ਮਤਾਬ ਸਿੰਘ ਹੀ ਹੈ, ਪਰ ਪੱਕੀ ਗੱਲ ਨਹੀਂ ਸੀ ਪਤਾ। ਪਿੰਡ ਵਾਲਿਆਂ ਤੋਂ ਪੱਕਾ ਕਰਨਾ ਚਾਹੁੰਦੇ ਸੀ। ਭਾਈ ਮਤਾਬ ਸਿੰਘ ਦੇ ਪਿੰਡ ਵਾਲੇ ਚੁੱਪ ਰਹੇ। ਅਖੀਰ ਉਹਨਾਂ ਨੇ, ਕਿਸੇ ਬੰਦੇ ਨੇ, ਚੁਗਲਖੋਰ ਨੇ ਕਹਿਣਾ ਹੀ ਹੁੰਦਾ ਵੀ ਹਾਂ ਜੀ ਮਤਾਬ ਸਿੰਘ ਹੀ ਹੈ। ਉਹਨਾਂ ਨੇ ਗੱਡੇ ਤੇ ਬੰਨ੍ਹ ਕੇ ਹੱਥ ਕੜੀਆਂ ਬੇੜੀਆਂ ਲਾ ਕੇ ਲਾਹੌਰ ਲਿਜਾ ਕੇ ਜ਼ਕਰੀਏ ਦੇ ਪੇਸ਼ ਕਰ ਦਿੱਤਾ। ਜ਼ਕਰੀਏ ਨੂੰ ਦੱਸਿਆ ਵੀ ਆਹ ਬੰਦਾ ਫੜਿਆ ਗਿਆ ਜੀ, ਜਿਹਦੇ ਸਿਰ ਤੇ ਤੁਸੀਂ ਇਨਾਮ ਰੱਖਿਆ ਸੀ। ਇਹ ਉਹ ਬੰਦਾ ਹੈ ਜਿਹਨੇ 5-6 ਸਾਲ ਪਹਿਲਾਂ ਚੌਧਰੀ ਮੱਸੇ ਦਾ ਕਤਲ ਹਰਿਮੰਦਰ ਸਾਹਿਬ 'ਚ ਕੀਤਾ ਸੀ। ਇਹ ਸਿਰ ਵੱਢ ਕੇ ਲੈ ਗਿਆ ਸੀ, ਇਹ ਉਹ ਬੰਦਾ। ਜ਼ਕਰੀਆ ਬੜਾ ਖੁਸ਼ ਹੋਇਆ, ਕਹਿਣ ਲੱਗਾ ਇਹਨੂੰ ਤੇ ਬੜੇ ਚਿਰਾਂ ਦੇ ਲੱਭਦੇ ਸੀ। ਕਹਿੰਦੇ ਜਾਓ ਇਹਨੂੰ ਉੱਥੇ ਸੁੱਟ ਦਿਓ ਜਿੱਥੇ ਤਾਰੂ ਸਿੰਘ ਸੁੱਟਿਆ ਹੋਇਆ, ਜੇਲ੍ਹ ਦੇ ਵਿੱਚ। ਭਾਈ ਤਾਰੂ ਸਿੰਘ ਦੇ ਕੋਲ ਜਾ ਬਿਠਾਇਆ। ਭਾਈ ਸਾਹਿਬ ਨੇ ਜਾ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੋਂ ਭਾਈ ਤਾਰੂ ਸਿੰਘ ਜੀ ਫਤਿਹ ਦਾ ਜਵਾਬ ਦਿੱਤਾ। ਕਹਿਣ ਲੱਗੇ ਭਾਈ ਮਤਾਬ ਸਿੰਘ ਜੀ ਤੁਸੀਂ ਕਿਵੇਂ ਆ ਗਏ? ਉਹ ਕਹਿੰਦੇ ਤੁਹਾਡੇ ਦਰਸ਼ਨਾਂ ਲਈ। ਆਖੋ ਵਾਹਿਗੁਰੂ। ਅੱਜ ਸਿੱਖੀ ਕਿੱਥੇ ਖੜੀ ਹੈ? ਸਿੱਖ ਸਿੱਖ ਵਿੱਚ ਵਾਰਦ ਪ੍ਰਾਣ, ਸਿੱਖ ਸਿੱਖ ਦੇ ਲਈ ਜਾਨ ਵਾਰ ਦਿੰਦਾ, ਸਿੱਖ ਸਿੱਖ ਨੂੰ ਫਤਿਹ ਬੁਲਾਉਣ ਲਈ ਜਾਨ ਤੇ ਖੇਡ ਜਾਂਦਾ। ਦੋਵਾਂ ਸਿੰਘਾਂ ਦੀਆਂ ਪੇਸ਼ੀਆਂ ਸ਼ੁਰੂ ਹੋਈਆਂ। ਪੰਥ ਪ੍ਰਕਾਸ਼ ਵਿੱਚ ਲਿਖਿਆ, ਜ਼ਕਰੀਆ ਖਾਨ ਤਾਰੂ ਸਿੰਘ ਦੇ ਮਤਾਬ ਸਿੰਘ ਨੂੰ ਲਾਲਚ ਦੇ ਦੇ ਕੇ ਕਹਿੰਦਾ ਸੀ ਬਾਰ-ਬਾਰ ਇਸਲਾਮ ਕਬੂਲ ਕਰ ਲਓ। ਤੁਹਾਡੀ ਸਿੱਖੀ 'ਚ ਕੀ ਪਿਆ? ਭੁੱਖ ਨੰਗ ਗਰੀਬੀ ਦਲਿੱਦਰ, ਸਾਰਾ ਦਿਨ ਮਾਰੇ ਫਿਰਦੇ ਹੋ ਜੰਗਲਾਂ ਵਿੱਚ। ਇਸਲਾਮ ਕਬੂਲ ਕਰੋਗੇ ਤੁਹਾਨੂੰ ਬੜੀਆਂ ਸਹੂਲਤਾਂ, ਬੜੇ ਹੀ ਸੁੱਖ ਮਿਲਣਗੇ। ਜੋ ਕੁਝ ਜ਼ਕਰੀਆ ਖਾਨ ਨੇ ਕਿਹਾ ਸੀ, ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਇੱਕ ਕਵਿਤ 'ਚ ਲਿਖਿਆ। ਕਹਿੰਦੇ ਸਿੱਖਾਂ ਵਿੱਚ ਤੇ ਸਰਕਾਰ ਵਿੱਚ ਕੀ ਫਰਕ ਹੈ? ਸਾਡੇ ਵਿੱਚ ਆਉਣ ਦਾ ਕਿੰਨੀਆਂ ਸਹੂਲਤਾਂ ਨੇ ਤੇ ਸਿੱਖ ਬਣਨ ਦੇ ਨਾਲ ਕਿੰਨੀਆਂ ਦੁਸ਼ਵਾਰੀਆਂ ਨੇ।
किन्नियां परेशानियां ने। एक कवित विच ज्ञानी ज्ञान सिंह लिखदे, कहंदे फिड्डा जैसा टट्टूआ ते जुलड़ू का काठू पाए, रसड़ू लगाड़ू ते रसड़ू रकाबजू। कहंदे सिखो तुहाडे कोल टुੱਟਾ जिहा भैड़ा जिहा घोड़ा हुंदा है, टट्टू जिहा फिड्डा जैसा फिड्डा जिहा घोड़ा तुहाडा हुंदा है, ते जुलड़ू का काठू पाए, ते काठी भी चंगी नहीं पाई हुंदी, जुल्ली पाई हुंदी लीरां दी, ते रस्सी दी रकाब ते रस्सी दा ही तुसीं मूंह दे विच ओहदे लगाम पाई हुंदी है। टुੱਟਿਆ जैसा तेगड़ू ते लीरड़ू म्यान जांको, गठ सठ गातरा बनाया सब साज जू। पुरानी जी टुੱਟੀ जी तलवार ते लीरां दा म्यान हुंदा है, गंढ सट के गातरे बनाए हुंदे ने। पाटिया जैसा कछड़ू ते नीलड़ू सा चादरू, टुचो जैसा पगड़ू बनाया सिर ताज जू। कहंदे पुराना जिहा कशहरा ते एक नीले रंग दी चादर लक नूं वली हुंदी है, उच्चा जिहा दमाला सिर ते बन्निया हुंदा है, ते नाम तो अकालड़ू को फिरे बुरे हालड़ू सो लूट कूट खावणे को डाढो उस्ताद जू। नाम दे अकाल अकाल दा जपदे हो, फिरे बुरे हालां नाल फिरदे हो, ते लुट कुट खाण दे डाढे उस्ताद हो। छड्डो सिੱਖੀ इस्लाम च आ जाओ। भाई तारू सिंह भाई मताब सिंह ने आख्या, तो दीन सिर हम पन ही मारै। 100 जुत्ती मार के गिणदे आ ਜਿਹੜਾ ਸਾਨੂੰ ਕਲਗੀ ਧਰ ਨੇ ਧਰਮ ਦਿੱਤਾ, ਜਿਹੜੇ ਧਰਮ ਪਿੱਛੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਨੇ, ਜਿਹੜੇ ਧਰਮ ਪਿੱਛੇ ਬੰਦ ਕੱਟੇ ਗਏ ਨੇ, ਜਿਹਨੇ ਧਰਮ ਪਿੱਛੇ ਚਰਖੜੀਆਂ ਤੇ ਸਿੰਘ ਚੜ ਗਏ ਨੇ, ਅਸੀਂ ਉਹ ਧਰਮ ਨਹੀਂ ਛੱਡਾਂਗੇ। ਭਾਈ ਤਾਰੂ ਸਿੰਘ ਮਤਾਬ ਸਿੰਘ ਨੂੰ ਜਿਵੇਂ ਸ਼ਹੀਦ ਕੀਤਾ ਗਿਆ, ਚਰਖੜੀ ਤੇ ਚਾੜਿਆ ਗਿਆ, ਖੋਪਰ ਲਾਏ ਗਏ, ਇਤਿਹਾਸ ਬੜਾ ਵੱਡਾ ਹੈ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜੇਗੀ, ਇਹ ਬਚਨ ਹੋਇਆ ਸੀਗਾ। ਜਦੋਂ ਜ਼ਕਰੀਆ ਨੇ ਆਖਿਆ ਨਾ, ਮੈਂ ਤਾਰੂ ਸਿੰਘ ਜਿਹੜੇ ਸਿੱਖ ਕੇਸਾਂ ਦਾ ਤੂੰ ਮਾਣ ਕਰਦਾ, ਜੁੱਤੀਆਂ ਮਾਰ ਕੇ ਉਡਾ ਦਿਆਂਗਾ, ਤੇਰੇ ਕੇਸ ਮੈਂ ਜੁੱਤੀਆਂ ਮਾਰ ਕੇ ਉਡਾ ਦਿਆਂਗਾ। ਭਾਈ ਸਾਹਿਬ ਦੇ ਮੂੰਹ ਤੋਂ ਬਚਨ ਨਿਕਲਿਆ, ਮੇਰੀ ਸਿੱਖੀ ਤੇ ਕੇਸਾਂ ਸਵਾਸਾਂ ਨਾਲ ਨਿਭ ਜੇਗੀ, ਪਰ ਜ਼ਕਰੀਆ ਤੂੰ ਖਾਲਸੇ ਦੀ ਜੁੱਤੀ ਅੱਗੇ ਹੀ ਜਾਏਗਾ। ਭਾਈ ਸਾਹਿਬ ਦੇ ਖੋਪਰ ਉਤਾਰ ਦਿੱਤਾ ਗਿਆ, ਕੇਸ ਨਹੀਂ ਕੱਟੇ ਗਏ, ਖੋਪਰ ਉਤਾਰ ਦਿੱਤਾ ਗਿਆ। ਸਾਧ ਸੰਗਤ ਜੀ, ਕਿਸੇ ਬੰਦੇ ਦੀ ਖੋਪਰੀ ਲੈ ਜੇ 10-15 ਮਿੰਟ ਬਾਅਦ ਮਰ ਜਾਏਗਾ। ਭਾਈ ਸਾਹਿਬ 22 ਦਿਨ ਜਿਉਂਦੇ ਰਹੇ, 22 ਦਿਨ ਖੋਪਰੀ ਲੈਣ ਤੋਂ ਬਾਅਦ, ਖੋਪਰੀ ਲੈਣ ਤੋਂ 22 ਦਿਨ ਤੱਕ ਉਹਨਾਂ ਦਾ ਸਰੀਰ ਕਾਇਮ ਰਿਹਾ। ਲਾਹੌਰ ਦੀ ਕਿਲੇ ਦੀ ਖਾਈ 'ਚ ਉਹਨਾਂ ਦਾ ਸਰੀਰ ਸੁੱਟਿਆ ਗਿਆ। ਲਾਹੌਰ ਦੇ ਸਿੱਖ ਉੱਥੇ ਆ ਕੇ ਉਹਨਾਂ ਦੀ ਸੇਵਾ ਵੀ ਕਰਦੇ ਰਹੇ। ਇਤਿਹਾਸ 'ਚ ਭਾਈ ਰਤਨ ਸਿੰਘ ਨੇ ਲਿਖਿਆ, ਕਹਿੰਦੇ ਉਧਰ ਜਿੱਤ ਖੋਪਰੀ ਉਤਰੀ, ਉਧਰੋਂ ਜ਼ਕਰੀਏ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਬੜੇ ਇਲਾਜ ਕੀਤੇ, ਕੋਈ ਦਵਾਈ ਕੰਮ ਨਹੀਂ ਕਰਦੀ। ਰਾਤ ਨੂੰ ਜਦੋਂ ਸੌਂਦਾ ਤੇ ਸ਼ਹੀਦ ਸਿੰਘ ਸਲੋਤਰ ਮਾਰ ਕੇ ਉਠਾ ਦਿੰਦੇ। ਅਪੜਵਾਇਆ ਉੱਠਦਾ, ਚੀਕਾਂ ਮਾਰਦਾ। ਮੌਲਵੀਆਂ ਨੂੰ ਬੁਲਾਇਆ ਕਿ ਕੋਈ ਕਲਾਮ ਪੜ੍ਹੋ, ਕੋਈ ਸੈਫੀਆਂ ਪੜ੍ਹੋ, ਕੋਈ ਫੂਕਾਂ ਮਾਰੋ। ਜਿਹੜੇ ਮੁਸਲਮਾਨਾਂ ਵਿੱਚ ਕਾਲਾ ਇਲਮ ਜਾਣਦੇ ਨੇ, ਉਹਨਾਂ ਨੇ ਆ ਕੇ ਬੜੀਆਂ ਕਲਾਮਾਂ ਪੜ੍ਹੀਆਂ, ਬੜੇ ਧਾਗੇ ਤਬੀਤ ਬੜੇ ਬਣਾ ਕੇ ਜ਼ਕਰੀਏ ਦੇ ਡੋਲਿਆਂ ਨਾਲ ਬੰਨੇ। ਕੋਈ ਅਸਰ ਨਹੀਂ, ਕੋਈ ਦਵਾਈ ਨਹੀਂ, ਕੋਈ ਜਾਦੂ ਨਹੀਂ, ਕੋਈ ਟੂਣਾ ਨਹੀਂ ਅਸਰ ਕਰਦਾ। ਅਖੀਰ ਪੰਡਤਾਂ ਕੋਲੋਂ ਵੀ ਇਲਾਜ ਕਰਾਇਆ, ਪੰਡਤਾਂ ਦਾ ਵੀ ਇਲਾਜ ਨਾ ਚੱਲਿਆ। ਸਾਰੇ ਪਾਸੇ ਲਾਚਾਰ ਹੋ ਗਿਆ। ਪਤਾ ਲੱਗਾ, ਲੋਕਾਂ ਨੇ ਆਖਿਆ ਤੈਨੂੰ ਉਹ ਮਹਾਂਪੁਰਸ਼ ਦਾ ਸਰਾਪ ਲੱਗਾ ਜਿਹੜਾ ਕਹਿੰਦਾ ਸੀ ਤੈਨੂੰ ਜੁੱਤੀ ਅੱਗੇ ਲਾ ਕੇ ਲੈ ਜਾਣਾ। ਉਹ ਅਜੇ ਜਿਉਂਦਾ। ਭਾਈ ਤਾਰੂ ਸਿੰਘ ਦੇ ਕੋਲ ਲਿਆਂਦਾ ਗਿਆ। ਕਹਿੰਦੇ ਭਾਈ ਤਾਰੂ ਸਿੰਘ ਜੀ ਨੂੰ ਬੇਨਤੀ ਕੀਤੀ ਵੀ ਜ਼ਕਰੀਏ ਖਾਂ ਦੇ ਕੋਈ ਤਰਸ ਕਰ ਦਿਓ। ਉਹ ਕਹਿੰਦੇ ਮੇਰੇ ਕੋਲੋਂ ਤਾਂ ਤੀਰ ਚੱਲ ਗਿਆ, ਹੁਣ ਖਾਲਸੇ ਪੰਥ ਕੋਲ ਜਾਓ। ਸ੍ਰੀ ਅਕਾਲ ਤਖਤ ਸਾਹਿਬ ਨਵਾਬ ਕਪੂਰ ਸਿੰਘ ਸਾਹਿਬ ਜੀ ਦੇ ਕੋਲ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਕੇ ਮਸਲਾ ਰੱਖਿਆ। ਉਹਨਾਂ ਨੇ ਵੀ ਬਚਨ ਕਿਹਾ, ਕਹਿੰਦੇ ਜ਼ਕਰੀਏ ਖਾਂ ਦੀ ਜਾਨ ਨਹੀਂ ਬਚ ਸਕਦੀ, ਦੁੱਖ ਘਟ ਸਕਦਾ। ਉਹ ਕਹਿੰਦੇ ਕਿਵੇਂ? ਕਹਿੰਦੇ ਤਾਰੂ ਸਿੰਘ ਦੇ ਚਰਨਾਂ ਦਾ ਜੋੜਾ ਉਹਦੇ ਸਿਰ 'ਚ ਮਾਰੋ, ਉਹਦਾ ਪਿਸ਼ਾਬ ਖੁੱਲ ਕੇ ਆਵੇਗਾ। ਭਾਈ ਸਾਹਿਬ ਦੇ ਚਰਨਾਂ ਦਾ ਜੋੜਾ ਲਿਆ ਕੇ ਜਦੋਂ ਜ਼ਕਰੀਏ ਦੇ ਸਿਰ 'ਚ ਮਾਰਦੇ ਸੀ, ਉਹਨੂੰ ਪਿਸ਼ਾਬ ਦਾ ਬੰਨ ਟੁੱਟਦਾ ਸੀ। ਤੇ ਫਿਰ ਕਹਿੰਦਾ ਸੀ ਹੋਰ ਜ਼ੋਰ ਨਾਲ ਮਾਰੋ, ਹੋਰ ਮਾਰੋ। 22ਵੇਂ ਦਿਨ ਜੁੱਤੀਆਂ ਖਾਂਦਾ ਜ਼ਕਰੀਆ ਇਸ ਦੁਨੀਆ ਤੋਂ ਚਲਾ ਗਿਆ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਕਰਕੇ ਜਿਉਂ ਜਲ ਮੈਂ ਜਲ ਆਏ ਖਟਾਨਾ,
त्यों ज्योति संग जोत समाना गुरु चरना च लीन हो गए। सो साध संगत जी, उन्हां महापुरुषां दा दिहाड़ा आपां मना रहे हैं। लोड़ है घर घर च भाई तारू सिंह दे शहीदी का प्रचार पहुंचे। साडे आउण वाले बच्चे केसां नूं बेअदबी ना करन, क्योंकि केस गुरु की मोहर गुरु सम जाना, गुरसा मतलब केस को ठाना। केसां नाल ही खालसे की पछाण है। जिस दिन केस चले गए आपां आम लोकां विच रल जांगे। 84 विच जदों महाराज सच्चे पातशाह गुरु गोबिंद सिंह जी भाई जैते नूं पुछया भी दिल्ली दे सिख की कर रहे सी जदों महाराज शहीद होए ने, कोई गुरु साहब दे सीस की सेवा करना, कोई धड़ की सेवा करना, कोई होर सेवा करन नेड़े क्यों नहीं आया? वो कहते महाराज दिल्ली दे सिख घरां च लुक गए, आम लोकां च रल गए, पछाण नहीं हुई भी सिख किहड़े ने। महाराज कहते मैं ऐसा रूप देंगा जिहड़ा लखां चों वखरा पछाणिया जाएगा। तो इस रूप खालसे नूं महाराज ने दिता सी नियारा। असीं अज फिर भेडां च रलदे जा रहे हैं। अपना स्वरूप, अपनी गुरु की बाणी ते गुरु का बाणा संभाल लो, तुहाडी इस समाज विच दुनिया चढ़दी कला हो जाएगी। नहीं तो साध संगत जी कखां तो भी हौले हो जाएंगे। सो प्यारिओ, गुरु महाराज के चरणों 'च आपां बैठे हाँ। भाई साहब तारू सिंह जी का दिहाड़ा मनाया ते आओ हुण गुरबाणी की जो लड़ीवार कथा चल रही है, सतगुरु रामदास पातशाह सोढ़ी सुल्तान जी बचन कर रहे ने। कैसे कमाल दे बचन ने अपने भगतां संतां दी वाहिगुरू रखिया किवें करदा है। सरवण करिए, प्यार नाल आखिए सतनाम श्री वाहिगुरू साहिब जी। फिर आखो सतनाम श्री वाहिगुरू साहिब जी। जल ते ओपत भई है कासट। सतगुरु फरमान कर रहे ने भी देखो लकड़ी कितों पैदा होती है। अज इन्नी लकड़ है, भावें वो साध संगत जी अक का बूटा है तो भावें चंदन का। महंगे तो महंगी लकड़ी चंदन की है, सस्ते तो सस्ती अक की है। दुनिया दे विच कई किस्म की लकड़ है। वो भी लकड़ है जिहदे नाल असीं चुल्हे की अग बालते हाँ। वो भी लकड़ है जिहदे नाल मुर्दे का संस्कार करते हाँ। वो भी लकड़ है जिहदे नाल असीं अपने घरां दे दरवाजे, खिड़कियां, बारियां, अलमारियां, फर्नीचर घरां दा बनाते हाँ। लकड़ बड़ी महत्वपूर्ण चीज़ है इस दुनिया विच। पर लकड़ पैदा कित्थों हुई है? लकड़ पैदा हुई है पानी तो। जल ते ओपत पई है काष्ठ। काष्ठ मैंने लकड़ी। काष्ठ लकड़ी कित्थों पैदा हुई है? जल तो, पानी तो। जे पानी ना होवे, जिथे पानी ना होवे उत्थे कोई भी दरखत, कोई भी बूटा पैदा हो नहीं सकता। जिथे पानी होवेगा उत्थे घाह भी होवेगा, जिथे पानी होवेगा उत्थे दरखत भी होणगे, फसलां भी होणगियां, फुੱਲ भी होणगे, फल भी होणगे। उत्थे जीव जंतु भी होणगे। जिथे पानी नहीं होवेगा उत्थे जीवन नहीं हो सकता। आखो श्री वाहिगुरू। कहते लकड़ी पैदा हुई है पानी तो। हुण पानी का की धर्म है? पानी च जिहड़ी चीज़ पाओ डोब लैंदा। पानी च जिहड़ी भी चीज़ पाओगे, सुटोगे, की होएगा? थल्ले जाएगी। पानी डोब दिंदा। लकड़ नूं क्यों नहीं डोबदा? आखो श्री वाहिगुरू। लकड़ तो नहीं डोबदा। पानी तो पैदा हुई लकड़, पानी डोबदा नहीं। बाकी सारिया चीज़ों नूं, पत्थर नूं डोब लैंदा। लोहा सुटो, लोहे नूं थल्ले थल्ले चला जाता है। होर कोई धातु सुटो, थल्ले चली जाती। लकड़ उत्ते तरदी है। सतगुरु रामदास जी कहते जल ते ओपत भई है काष्ठ। पानी तो लकड़ी पैदा हुई है। हाँ जी। कासट अंग तरावै गो। कहते वो जिहड़ी लकड़ है, लकड़ की बनी हुई किश्ती है, लकड़ का बनया होया कोई भी पदार्थ है, वो उत्ते पानी दे तरदा। वो क्यों तरदा? क्यों तारदा पानी? उन्हों पानी समझदा है भी मेरा ही बच्चा है। आखो श्री वाहिगुरू। पानी की समझदा? लकड़ नूं अपनी धी जां अपना पुੱਤ समझदा, मेरे तो पैदा होया।
ਲੱਕੜ ਪੈਦਾ ਵੀ ਪਾਣੀ ਤੋਂ ਹੋਈ ਤੇ ਲੱਕੜ ਨੂੰ ਪਾਲਿਆ ਵੀ ਪਾਣੀ ਨੇ। ਜੇ ਬੂਟਾ ਲਾ ਦਿਓ ਉਹਨੂੰ ਪਾਣੀ ਨਾ ਦਿਓ, ਕੋਈ ਬੂਟਾ ਲਾ ਦਿਓ ਪਾਣੀ ਨਾ ਦਿਓ, ਫਿਰ ਵੀ ਉਹ ਵੱਡਾ ਨਹੀਂ ਹੋ ਸਕਦਾ। ਪਾਣੀ ਨਾਲ ਉਹ ਪਲੇਗਾ, ਪਾਣੀ ਨਾਲ ਹੀ ਜਵਾਨ ਹੋਵੇਗਾ, ਪਾਣੀ ਨਾਲ ਹੀ ਉਹ ਜੀਵਨ ਗੁਜ਼ਾਰੇਗਾ। ਉਹ ਉਸੇ ਲੱਕੜ ਦਾ ਹੁਣ ਕੋਈ ਬਣਿਆ ਹੋਇਆ ਕੋਈ ਵੀ ਸ਼ਤੀਰ ਹੈ, ਭਾਵੇਂ ਕੋਈ ਬਾਲਾ ਹੈ, ਭਾਵੇਂ ਕੋਈ ਉਹ ਕਿਸ਼ਤੀ ਹੈ, ਉਹ ਪਾਣੀ ਦੇ ਉੱਤੇ ਤਰੇਗੀ। ਪਾਣੀ ਸੋਚਦਾ ਹੈ। ਗੁਰੂ ਰਾਮਦਾਸ ਸਾਹਿਬ ਦੇ ਖਿਆਲ ਨੇ, ਮੇਰੇ ਖਿਆਲ ਨਹੀਂ ਹਨ। ਗੁਰੂ ਰਾਮਦਾਸ ਕਹਿ ਰਹੇ ਨੇ ਵੀ ਪਾਣੀ ਸੋਚਦਾ ਹੈ ਵੀ ਮੇਰਾ ਬੱਚਾ ਮੈਂ ਆਪਣੇ ਆਪ ਕਿਵੇਂ ਡੋਬ ਦਿਆਂ। ਮੇਰਾ ਬੱਚਾ ਹੋਰ ਚੀਜ਼ਾਂ ਨੂੰ ਡੋਬ ਦਿੰਦਾ, ਆਪਣੇ ਬੱਚੇ ਨੂੰ ਨਹੀਂ ਡੋਬਦਾ। ਆਪਣੇ ਬੱਚੇ ਨੂੰ ਪਾਣੀ ਨਹੀਂ ਡੋਬਦਾ, ਕਿਉਂਕਿ ਪਾਣੀ ਦਾ ਬੱਚਾ ਲੱਕੜੀ ਹੈ। ਜਲ ਤੇ ਉਪਤ ਭਈ ਹੈ ਕਾਸ਼ਟ, ਕਾਸ਼ਟ ਅੰਗ ਤਰਾਵੈ ਗੋ। ਪਾਣੀ ਤੋਂ ਲੱਕੜ ਪੈਦਾ ਹੋਈ ਹੈ। ਪਾਣੀ ਆਪਣੀ ਪੈਦਾ ਕੀਤੀ ਹੋਈ ਆਪਣੀ ਧੀ ਨੂੰ, ਆਪਣੇ ਪੁੱਤ ਨੂੰ, ਆਪਣੇ ਬੱਚੇ ਨੂੰ ਡੋਬਦਾ ਨਹੀਂ ਹੈ। ਰਾਮ ਜਨਾਹਰ ਆਪ ਸਵਾਏ ਆਪਣਾ ਬਿਰਦ ਰਖਾਵੈ ਗੋ। ਬਿਲਕੁਲ ਇਸੇ ਤਰ੍ਹਾਂ ਹੀ ਪਰਮਾਤਮਾ ਨੇ, ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਆਪ ਸਵਾਰਿਆ ਹੈ। ਆਪਣੇ ਪਿਆਰਿਆਂ ਨੂੰ, ਆਪਣੇ ਸੰਤਾਂ ਨੂੰ, ਆਪਣੇ ਭਗਤਾਂ ਨੂੰ। ਰਾਮ ਜਨਾ ਹਰ ਆਪ ਸਵਾਰੇ, ਰਾਮ ਜਨਾ ਹਰ ਆਪ ਸਵਾਰੇ। ਰਾਮ ਜਨਾ, ਸਾਰੇ ਪੜ੍ਹ ਲਓ ਭਾਈ, ਗੁਰੂ ਕੀ ਬਾਣੀ ਸੌਖੀ ਹੈ। ਇਹ ਪੜ੍ਹਨ ਨਾਲ ਕੀ ਹੁੰਦਾ ਹੈ, ਸਾਨੂੰ ਅੰਦਰੋਂ ਸਾਡੀ ਅੰਦਰਲੀ ਜਿਹੜੀ ਆਤਮਾ ਨੂੰ ਜਾਗਦੀ ਹੈ, ਉਹ ਬਾਣੀ ਨਾਲ ਜੁੜਦੀ ਹੈ। ਤੇ ਜਿੰਨਾ ਗਾ ਕੇ ਬਾਣੀ ਸਾਡੇ ਅਨੁਭਵ ਚ ਆਉਂਦੀ ਹੈ, ਉਹਦਾ ਨਜ਼ਾਰਾ ਹੀ ਵੱਖਰਾ ਹੈ। ਆਖੋ ਸ੍ਰੀ ਵਾਹਿਗੁਰੂ। ਰਾਮ ਜਨਾ ਹਰ ਆਪ ਸਵਾਰੇ, ਰਾਮ ਜਨਾ ਹਰ ਆਪ ਸਵਾਰੇ। ਰਾਮ ਦੇ ਜਨਾਂ ਨੂੰ ਹਰੀ ਨੇ ਆਪ ਸਵਾਰਿਆ, ਸੰਤਾਂ ਭਗਤਾਂ ਨੂੰ ਆਪ ਪੈਦਾ ਕੀਤਾ ਹੈ। ਜਿਵੇਂ ਲੱਕੜੀ ਨੂੰ ਪਾਣੀ ਨੇ ਆਪ ਪੈਦਾ ਕੀਤਾ, ਲੱਕੜੀ ਨੂੰ ਪਾਣੀ ਨੇ ਆਪ ਪੈਦਾ ਕੀਤਾ, ਸੰਤਾਂ ਨੂੰ ਪ੍ਰਮਾਤਮਾ ਨੇ ਆਪ ਪੈਦਾ ਕੀਤਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ। ਰਾਮ ਰਾਜੇ ਹਰ ਨਾਕਿਸ ਦੁਸ਼ਟ ਹਰ ਮਾਰਿਆ, ਪੈ ਲਾਤ ਤਰਾਇਆ। ਰਾਮ ਜਨਾ ਹਰ ਆਪ ਸਵਾਰੇ, ਰਾਮ ਜਨਾ ਹਰ ਆਪ ਸਵਾਰੇ। ਹਾਂਜੀ। ਹਮ ਪਾਥਰ ਲੋਹ ਲੋਹ ਬੜ ਪਾਥਰ। ਮਹਾਰਾਜ ਕਹਿੰਦੇ ਆਪਣਾ ਬਿਰਦ ਰਖਾਵੈ ਗੋ। ਹੁਣ ਗੱਲ ਆ ਗਈ ਬਈ ਭਗਤਾਂ ਤੇ ਆ ਗਈ ਭੀੜਾ, ਭਗਤਾਂ ਦੇ ਪੈ ਗਈ ਮੁਸੀਬਤ। ਹੁਣ ਭਗਤਾਂ ਦਾ ਹੋਰ ਕੋਈ ਹੈ ਨਹੀਂ। ਆਖੋ ਸ੍ਰੀ ਵਾਹਿਗੁਰੂ। ਕਿਸੇ ਹੀ ਕੋਈ ਕਿਸੇ ਦਾ ਕੋਈ, ਕਿਸੇ ਦਾ ਕੋਈ, ਕਿਸੇ ਦਾ ਕੋਈ। ਦੁਨੀਆ 'ਚ ਬੜੇ ਲੋਕਾਂ ਦੇ ਧੜੇ ਬਣੇ ਹੋਏ ਨੇ, ਪਾਰਟੀਆਂ ਬਣੀਆਂ ਹੋਈਆਂ ਨੇ, ਰਿਸ਼ਤੇਦਾਰੀਆਂ ਨੇ। ਮਹਾਰਾਜ ਕਹਿੰਦੇ ਕਿਸੇ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਪਿੰਡਾਂ ਵਿੱਚ ਸਾਡੇ ਪਾਕਿਸਤਾਨ 'ਚ ਬਜ਼ੁਰਗ ਦੱਸਦੇ ਹੁੰਦੇ ਨੇ, ਜੇ ਕਿਸੇ ਦੇ 5-7 ਮੁੰਡੇ ਹੋਣ ਤੇ ਉਹਨੂੰ ਬੜੀ ਹੁੰਦਾ ਸੀ ਮਾਣ ਵੀ ਮੇਰੇ 7 ਮੁੰਡੇ ਆ, ਮੇਰੇ 8 ਮੁੰਡੇ ਆ, ਮੇਰੇ 10 ਮੁੰਡੇ। 12-12 ਮੁੰਡੇ ਹੁੰਦੇ ਸੀ ਲੋਕਾਂ ਦੇ, 12-12 ਬੱਚੇ ਹੁੰਦੇ ਸੀ। ਤੇ ਉਹ ਇਹੀ ਹੁੰਦਾ ਸੀ ਵੀ ਸਾਡੇ ਇੰਨੀਆਂ ਬਾਹਾਂ ਨੇ, ਇੰਨੀਆਂ ਡਾਂਗਾਂ ਨੇ। ਤੇ ਜੇ ਕਿਸੇ ਦੇ ਲੜਕੀ 5-7 ਲੜਕੀਆਂ ਹੋ ਜਾਂਦੀਆਂ ਸੀ, ਬੱਚੇ ਲੜਕਾ ਨਾ ਹੋਇਆ, ਲੇਟ ਹੋਇਆ, ਇੱਕ ਅੱਧਾ ਹੋਇਆ, 5-6 ਕੁੜੀਆਂ ਹੋਈਆਂ। ਉਹ ਫਿਰ ਬੰਦਿਆਂ ਕੋਲ ਜ਼ਮੀਨ ਹੋਵੇ, ਜਾਇਦਾਦ ਹੋਵੇ, ਤੇ ਹੁਣ 5-7 ਕੁੜੀਆਂ। ਉਹ ਕੀ ਕਰਦੇ ਸੀ, ਉਹ ਆਪਣੇ ਨੇੜੇ ਤੇੜੇ ਕੁੜੀਆਂ ਵਿਆਹੁੰਦੇ ਸੀ। ਪਿੰਡ ਵਿੱਚ ਵਿਆਹ ਲੀਆਂ, ਲਾਗੇ ਪਿੰਡੇ ਬੰਦੇ ਚੰਗਿਆਂ ਵੱਲ ਵਿਆਹਣੀਆਂ ਵੀ ਜਿਹੜੇ ਕੱਲ ਨੂੰ ਸਾਡੇ ਨਾਲ ਖੜ ਜਾਣ, ਧੜਾ ਬਣ ਜਾਣ। ਵੀ ਜੇ ਕੋਈ ਪ੍ਰੋਬਲਮ ਆ ਜਾਵੇ, ਕੋਈ ਦੁਸ਼ਮਣੀ ਬਣ ਜਾਏ, ਕੋਈ ਸ਼ਰੀਕਾ ਭਾਈਚਾਰੇ 10 ਬੰਦੇ ਸਾਡੇ ਨਾਲ ਵੀ ਹੁਣ ਖੜੇ, ਭਾਈਚਾਰਾ ਵੋਟਾਂ ਦੀ ਗਿਣਤੀ ਜਿਵੇਂ ਅੱਜ ਕੱਲ੍ਹ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ 'ਚ ਲਿਖਦੇ, ਕਹਿੰਦੇ ਕਿਸੇ ਧੜਾ ਕੀਆ ਕੁੜਮ ਸਕੇ ਨਾਲ ਜਵਾਈ।
ਕਿਸੇ ਧੜਾ ਕੀਆ ਸਿਕਦਾਰ ਚੌਧਰੀ ਨਾਲ, MLA ਨਾਲ, ਕਿਸੇ ਮੰਤਰੀ ਨਾਲ ਫੋਟੋ ਖਿਚਾ ਲੈਣੀ, ਸਾਡੀ ਉਹਦੇ ਨਾਲ ਜਾਣ ਪਛਾਣ ਹੈ। ਕਿਸੇ ਰਿਸ਼ਤੇਦਾਰਾਂ ਵਿੱਚ, ਭਾਈਚਾਰੇ 'ਚ, ਸਮਾਜ 'ਚ ਆਪਣੀ ਬਣਾ ਲੈਣੀ। ਸਤਿਗੁਰੂ ਕਹਿੰਦੇ ਮੈਂ ਕਿਸੇ ਨਾਲ ਵੀ ਨਹੀਂ ਕੀਤਾ। ਹਮਰਾ ਧੜਾ ਹਰ ਰਿਹਾ ਸਮਾਈ, ਸਾਡਾ ਤਾਂ ਉਹੀ ਧੜਾ ਹੈ। ਕਿਸੇ ਕੋਈ ਕੋਏ, ਕਿਸੇ ਨੂੰ ਕਿਸੇ ਦਾ ਹੋ ਭਰੋਸਾ, ਮੰਝ ਨਿਮਾਣੀ ਇੱਕ ਤੂੰ, ਮੇਰਾ ਦਾ ਤੂੰ ਹੀ ਹੈ। ਮਹਾਰਾਜ ਕਹਿੰਦੇ ਹੁਣ ਸੰਤਾਂ ਭਗਤਾਂ ਦਾ ਬਿਰਧ ਪਾਲਣ ਵਾਸਤੇ ਜਦੋਂ ਸੰਤਾਂ ਭਗਤਾਂ ਤੇ ਆ ਜਾਂਦੀ ਹੈ ਪੀੜਾ, ਪਰੇਸ਼ਾਨੀ, ਉਸ ਵੇਲੇ ਕੋਈ ਦੁਨਿਆਵੀ ਨੇੜੇ ਨਹੀਂ ਖੜਦਾ ਉਹਨਾਂ ਦੇ। ਫਿਰ ਅਕਾਲ ਪੁਰਖ ਵਾਹਿਗੁਰੂ ਸੱਚਾ ਮਿੱਤਰ ਉਹਨਾਂ ਦੇ ਨਾਲ ਹੁੰਦਾ ਹੈ। ਆਪਣਾ ਬਿਰਦ ਰਖਾਵੈ ਗੋ, ਆਪਣਾ ਬਿਰਦ ਰਖਾਵੈ ਗੋ। ਵਾਲੇ ਸ਼ਹਿਰ ਬਨਾਰਸ ਬਾਹਮਣਾਂ ਦਾ ਈਰਖਾ ਬੜੀ ਕਰਦੇ ਸੀ ਵੀ ਇਹ ਜੁਲਾਇਆ ਸ਼ੂਦਰ ਨੀਵੀਂ ਜਾਤ ਦਾ ਭਗਤ ਬਣਿਆ ਫਿਰਦਾ। ਉਹ ਈਰਖਾਲੂ ਪੰਡਤਾਂ ਨੂੰ ਪਤਾ ਲੱਗ ਗਿਆ ਫਲਾਣੇ ਦਿਨ ਕਬੀਰ ਦੀ ਬੇਟੀ ਦਾ ਵਿਆਹ, ਤੇ ਕਬੀਰ ਦੀ ਘਰ ਵਾਲੀ ਮਾਤਾ ਲੋਈ ਇਹ ਕਹਿੰਦੀ ਸੀ ਵੀ ਕਬੀਰ ਸਾਹਿਬ ਜੀ ਕੋਈ ਕਰੋ ਹੀਲਾ, ਕੋਈ ਕਰਜ਼ਾ ਹੀ ਚੁੱਕ ਲਓ, ਕਿਸੇ ਕੋਲੋਂ ਉਧਾਰਾ ਮੰਗ ਲਓ, ਬੇਟੀ ਦਾ ਵਿਆਹ ਕਰੀਏ। ਤੇ ਕਬੀਰ ਸਾਹਿਬ ਕਹਿੰਦੇ ਆਪਾਂ ਨੂੰ ਉਧਾਰ ਦੇਣਾ ਕਿਹਨੇ ਆ? ਉਧਾਰ ਲੋਕ ਉਹਨੂੰ ਦਿੰਦੇ ਜੇ ਤੋਂ ਵਾਪਸ ਆਉਣ ਦੀ ਉਮੀਦ ਹੋਵੇ। ਲੋਕਾਂ ਨੂੰ ਪਤਾ ਇਹਦੇ ਕੋਲ ਹੈ ਹੀ ਕੁਛ ਨਹੀਂ, ਨੇ ਮੋੜਨਾ ਕਿੱਥੇ ਹੈ। ਮੇਰੀ ਨਹੀਂ ਕਿਤੇ ਕੋਈ ਦੁਨਿਆਵੀ ਕੋਈ ਨਹੀਂ ਸਹਾਰਾ ਕੋਈ। ਚਲੋ ਇੱਕ ਤਾਂ ਬੇਟੀ ਦਾ ਵਿਆਹ, ਉਧਰੋਂ ਬਰਾਤ ਆਉਣੀ। ਪੰਡਤਾਂ ਨੂੰ ਲੱਗ ਗਿਆ ਪਤਾ, ਸ਼ਰਾਰਤ ਦੇ ਨਾਲ ਸਾਰੇ ਸ਼ਹਿਰ 'ਚ ਹਰੀ ਹਰ ਬੋਲ ਦਿੱਤਾ। ਹਰੀ ਹਰ ਉਧਰ ਦੀ ਬੋਲੀ ਹੈ, ਜਿਵੇਂ ਆਪਣੇ ਗੁਰਦੁਆਰਿਆਂ ਦੇ ਕੀਰਤਨ ਦਰਬਾਰਾਂ ਦੇ ਇਸ਼ਤਿਹਾਰ ਛਪਦੇ ਨੇ। ਫਲਾਣਾ ਰਾਗੀ ਆਵੇਗਾ, ਫਲਾਣਾ ਕਥਾਵਾਚਕ ਆਵੇਗਾ, ਫਲਾਣਾ ਢਾਡੀ ਜਥਾ ਆਵੇਗਾ, ਫਲਾਣੇ ਪ੍ਰਬੰਧਕ ਨੇ, ਫਲਾਣੇ ਗੁਰੂ ਦੇ ਸਬੰਧ 'ਚ ਆਪਾਂ ਇਹ ਪ੍ਰੋਗਰਾਮ ਕਰ ਰਹੇ। ਇਹ ਲਿਖਿਆ ਹੁੰਦਾ ਨਾ ਥੱਲੇ, ਇੱਕ ਜ਼ਰੂਰ ਗੱਲ ਲਿਖਣੀ ਪੈਂਦੀ ਇਸ਼ਤਿਹਾਰ 'ਚ। ਉਹ ਭਲਾ ਕਿਹੜੀ ਹੈ ਕਿ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਜੇ ਉਹ ਨਾ ਲਿਖੀਏ ਤੇ ਕੋਈ ਗੁਰਦੁਆਰੇ ਆਉਂਦਾ ਹੀ ਕੋਈ ਨਹੀਂ। ਜੇ ਲੰਗਰ ਨਾ ਹੋਵੇ ਤੇ ਮੈਨੂੰ ਇੱਕ ਬਾਈ ਪੁੱਛਦੀ ਬਾਬਾ ਜੀ ਗੁਰਦੁਆਰੇ ਪ੍ਰੋਗਰਾਮ ਕੀ ਹੈ? ਮੈਂ ਉਹਨੂੰ ਡਿਟੇਲ 'ਚ ਦੱਸਣ ਲੱਗ ਪਿਆ, ਫਲਾਣਾ ਰਾਗੀ ਆ ਰਿਹਾ, ਫਲਾਣੇ ਦਾ ਫਲਾਣਾ ਟਾਈਮ। ਕਹਿੰਦੀ ਨਹੀਂ ਲੰਗਰ ਕਦੋਂ ਹੈ? ਲੰਗਰ ਤੇ ਧਿਆਨ ਹੁੰਦਾ ਲੋਕਾਂ ਦਾ। ਆਪਣੇ ਲਿਖਿਆ ਹੁੰਦਾ ਵੀ ਗੁਰੂ ਕਾ ਲੰਗਰ ਟੁੱਟ ਵਰਤੇਗਾ, ਤੇ ਉਧਰ ਲਿਖਿਆ ਹਰੀ ਹਰ। ਬਨਾਰਸ ਚਲੇ ਜਾਓ, ਹਰਿਦੁਆਰ ਚਲੇ ਜਾਓ, ਹਿੰਦੂਆਂ ਦੇ ਮੇਲਿਆਂ ਤੇ ਉਹ ਹਰੀ ਹਰ ਦਾ ਮਤਲਬ ਇਹ ਹੁੰਦਾ ਬਈ ਇਸ ਲੰਗਰ 'ਚ ਕੋਈ ਵੀ ਆ ਸਕਦਾ। ਜਿਵੇਂ ਗੁਰੂ ਕਾ ਲੰਗਰ ਟੁੱਟ ਲਿਖ ਦਿੱਤਾ ਆਪਾਂ, ਮੰਨ ਲਓ ਆਪਾਂ ਇਸ਼ਤਿਹਾਰ 'ਚ ਲਿਖ ਦਈਏ ਵੀ ਗੁਰੂ ਕਾ ਲੰਗਰ ਟੁੱਟ ਵਰਤੇਗਾ। ਉਸ ਤੋਂ ਬਾਅਦ ਕੋਈ ਆ ਜਾਏ, ਆਪਾਂ ਕਹਿ ਨਹੀਂ ਸਕਦੇ ਵੀ ਤੈਨੂੰ ਕਿਹਨੇ ਬੁਲਾਇਆ ਸੀ। ਉਹਨੇ ਕਿਹਾ ਇਸ਼ਤਿਹਾਰ ਤੇ ਲਿਖਿਆ, ਵੇਖ ਲੈ ਮੈਨੂੰ ਤੂੰ, ਮੈਂ ਤੇ ਉੱਥੋਂ ਪੜ੍ਹ ਕੇ ਆਇਆ, ਲੰਗਰ ਤੇ ਹੁਣ ਛਕਣਾ ਮੈਂ, ਗੁਰੂ ਕਾ ਲੰਗਰ। ਜਿੱਥੇ ਹਰੀ ਹਰ ਬੋਲਿਆ ਹੋਵੇ ਉੱਥੇ ਇਨਵਾਈਟਡ ਕਾਰਡ ਨਹੀਂ ਚਾਹੀਦਾ। ਉਹ ਤਾਂ ਸਰ ਚਲੋ ਆਓ ਜੀ। ਹੁਣ ਵਿਆਹ ਦਾ ਦਿਨ ਸੀਗਾ, ਰੋਟੀ ਬਰਾਤੀਆਂ ਨੂੰ ਨਹੀਂ ਸੀ ਖਵਾਈ ਜਾਣੀ, ਤੇ ਉਹਨਾਂ ਨੇ ਸਾਰੇ ਸ਼ਹਿਰ ਨੂੰ ਕਹਿਤਾ ਵੀ ਕਬੀਰ ਦੀ ਬੇਟੀ ਦੇ ਵਿਆਹ ਤੇ ਬੜਾ ਵੱਡਾ ਬ੍ਰਹਮ ਭੋਜ ਹੋਣਾ। ਕਬੀਰ ਨੇ ਸਾਰਿਆਂ ਨੂੰ ਬੁਲਾਇਆ। ਉੱਥੇ ਲੱਖਾਂ ਹੀ ਸੰਨਿਆਸੀ, ਬੈਰਾਗੀ, ਉਦਾਸੀ, ਬੜੀਆਂ ਕਿਸਮਾਂ ਦੇ ਸਾਧ ਫਿਰਦੇ ਨੇ। ਬੜੇ ਉੱਥੇ ਬ੍ਰਹਮਚਾਰੀ ਵਿਦਿਆਰਥੀ ਪੜ੍ਹਦੇ ਨੇ ਯੂਨੀਵਰਸਿਟੀਆਂ 'ਚ। ਉਹ ਸਾਰੇ ਸੰਤਾਂ ਮਹੰਤਾਂ ਡੇਰਿਆਂ ਤੋਂ ਤੁਰ ਕੇ ਉੱਥੇ ਆ ਜਾਂਦੇ ਜਿੱਥੇ ਹਰੀ ਹਰ ਬੋਲਿਆ ਹੋਵੇ। ਚਲੋ ਕਹਿੰਦੇ ਕਬੀਰ ਦੇ ਘਰ ਲੰਗਰ ਆ। ਹੁਣ ਕਬੀਰ ਦੇ ਘਰ ਆਪਣੇ ਖਾਣ ਨੂੰ ਆਟਾ ਕੋਈ ਨਹੀਂ। ਕਬੀਰ ਸਾਹਿਬ ਉੱਠ ਕੇ ਸ਼ਹਿਰ ਤੋਂ ਬਾਹਰ ਗੰਗਾ ਦੇ ਕਿਨਾਰੇ ਜਾ ਕੇ ਕਿਤੇ ਗੁਪਤ ਹੋ ਕੇ ਪਰਮੇਸ਼ਰ ਦੇ ਭਜਨ 'ਚ ਲੀਨ ਹੋ ਗਏ। ਉਧਰੋਂ ਪਰਮੇਸ਼ਰ ਨੇ ਸੋਚਿਆ ਵੀ ਮੇਰਾ ਭਗਤ ਹੈ, ਇਹਦੀ ਹੁਣ ਬੇਇੱਜ਼ਤੀ ਹੋਵੇਗੀ, ਇਹਦੀ ਨਹੀਂ ਹੋਵੇਗੀ। ਇਹਨੂੰ ਕਹਿੰਦੇ ਆਖਣਾ ਕੁੱਕਰ ਕੋ ਮਾਰਤ ਨਾ ਕੋ ਨਾਮ ਲੈ ਕੇ, ਤਾਹੇ ਮਾਰਤ ਹੈ ਲੈ ਕੇ, ਤਾਕੇ ਖਾਮਦ ਕੋ ਨਾਮ ਹੈ। 10ਵੇਂ ਪਾਤਸ਼ਾਹ ਨੇ ਆਪਣੀ ਬਾਣੀ 'ਚ ਬਚਨ ਲਿਖਿਆ, ਕੁੱਤੇ ਨੂੰ ਕੋਈ ਕੁੱਤਾ ਕਹਿ ਕੇ ਡੰਡਾ ਨਹੀਂ ਮਾਰਦਾ, ਕਹਿੰਦੇ ਤੇਰੇ ਸਾਈਂ ਮਰ ਜਾਣ। ਕੁੱਤੇ ਨੂੰ ਕੋਈ ਕੁੱਤਾ ਕਹਿ ਕੇ ਨਹੀਂ ਡੰਡਾ ਮਾਰਦਾ, ਬਲਕਿ ਉਹਦੇ ਮਾਲਕ ਦਾ ਨਾਂ ਲੈ ਕੇ ਡੰਡਾ ਮਾਰਦੇ ਆ। ਕਬੀਰ ਨੂੰ ਕਿਸੇ ਨੇ ਲਾਂਭਾ ਨਹੀਂ ਦੇਣਾ, ਮੈਨੂੰ ਦੇਣਾ ਹੈ, ਤਾਂ ਉਹ ਪਰਮੇਸ਼ਰ ਕਬੀਰ ਦਾ ਰੂਪ ਧਾਰ ਕੇ ਆ ਗਿਆ।
ਉੱਥੇ ਲੰਗਰ ਲੱਗ ਗਏ, ਉੱਥੇ ਹੀ ਹਲਵਾਈ ਬਹਿ ਗਏ, ਉੱਥੇ ਹੀ ਸਭ ਤਰ੍ਹਾਂ ਦੇ ਕੱਪੜੇ ਗਹਿਣੇ, ਵਿਆਹ ਦਾ ਸਾਜੋ ਸਮਾਨ, ਵਿਆਹ ਵੀ ਹੋ ਗਿਆ। ਸਾਰੇ ਸ਼ਹਿਰ ਨੂੰ, ਸਾਧੂ ਸੰਤਾਂ ਨੂੰ, ਗਰੀਬਾਂ ਨੂੰ, ਗੁਰਬਿਆਂ ਨੂੰ, ਬ੍ਰਾਹਮਣਾਂ ਨੂੰ ਲੰਗਰ ਵੀ ਛਕਾਤਾ। ਸਾਰੀ ਦੁਨੀਆ ਤ੍ਰਿਪਤ ਕਰਕੇ ਤੇ ਭਗਤ ਕਬੀਰ ਸਾਹਿਬ ਦੇ ਘਰ ਵਿਆਹ ਦੀ ਸਾਰੇ ਪਾਸੇ ਜਿਵੇਂ ਰਾਜਿਆਂ ਮਹਾਰਾਜਿਆਂ ਦਾ ਵਿਆਹ ਹੁੰਦਾ, ਇਦਾਂ ਦੀ ਰੌਣਕ ਕਰਕੇ ਪਰਮੇਸ਼ਰ ਜੀ ਚਲੇ ਗਏ। ਤੀਜੇ ਚੌਥੇ ਦਿਨ ਕਬੀਰ ਸਾਹਿਬ ਜਦੋਂ ਵਾਪਸ ਪਰਤੇ ਘਰ ਵੱਲ ਤੇ ਬਾਜ਼ਾਰ 'ਚ ਇੱਕ ਬੰਦਾ ਮਿਲਿਆ, ਕਹਿੰਦਾ ਕਬੀਰ ਸਾਹਿਬ ਵਧਾਈ ਹੋਵੇ, ਵਿਆਹ ਬੜਾ ਕਮਾਲ ਦਾ ਕੀਤਾ ਤੁਸੀਂ। ਕਬੀਰ ਸਾਹਿਬ ਸੋਚਦੇ ਵੀ ਟੀਚਰਾਂ ਕਰਦਾ, ਮੈਂ ਤੇ ਘਰ ਹੀ ਕੋਈ ਨਹੀਂ ਸੀ, ਵਿਆਹ ਕਿਹਨੇ ਕਰਨਾ ਸੀ। ਅੱਗੇ ਹੋਰ ਬੰਦਾ ਮਿਲਿਆ, ਉਹ ਵੀ ਉਹੀ ਗੱਲ। ਤੀਜਾ ਚੌਥਾ ਸਾਰਾ ਸ਼ਹਿਰ ਹੀ ਜਦੋਂ ਘਰ ਪਹੁੰਚੇ ਤੇ ਘਰ ਦੀ ਰੌਣਕ ਵੀ ਦੱਸ ਰਹੀ ਸੀ ਵੀ ਇੱਥੇ ਕੋਈ ਬੜਾ ਵੱਡਾ ਫੰਕਸ਼ਨ ਹੋਇਆ। ਸਮਝ ਗਏ। ਉੱਥੇ ਫਿਰ ਇਹ ਬਚਨ ਉਚਾਰਨ ਕੀਤਾ, ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਉਹ ਵਾਹਿਗੁਰੂ ਹੀ ਕਰਨ ਵਾਲਾ ਸਾਰਾ ਕੁਝ, ਆਪਣੇ ਭਗਤਾਂ ਦੀ, ਆਪਣੇ ਸੇਵਕ ਹੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕੀ, ਤਹਾਂ ਤਾਂ ਉਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਆਪਣੇ ਸੇਵਕਾਂ ਦੀ ਲਾਜ ਰੱਖਦਾ ਹੈ। ਹਮ ਪਾਥਰ ਲੋਹ ਲੋਹ ਬੜ ਪਾਥਰ। ਇਹ ਵਾਹਿਗੁਰੂ ਅਸੀਂ ਪੱਥਰ ਹਾਂ, ਅਸੀਂ ਲੋਹੇ ਵਰਗੇ ਹਾਂ, ਅਸੀਂ ਬੜੇ ਹੀ ਜੜ ਬੁੱਧੀ ਵਾਲੇ ਹਾਂ। ਪਾਥਰ ਪਾਪਾਂ ਨਾਲ ਭਾਰੀ ਹੋਇਆ। ਪੱਥਰ ਦਾ ਅਸੀਂ ਪੱਥਰ ਕਿਉਂ ਆ? ਪੱਥਰ ਭਾਰਾ ਹੁੰਦਾ, ਅਸੀਂ ਪਾਪਾਂ ਨਾਲ ਭਾਰੇ ਹੋਏ ਪਏ। ਅਸੀਂ ਲੋਹੇ ਆ, ਅਸੀਂ ਜੰਗਾਲ ਖਾਧੇ ਹੋਏ ਲੋਹੇ ਆ। ਸਾਡੀ ਕੋਈ ਵੈਲਿਊ ਨਹੀਂ, ਸਾਡਾ ਕੋਈ ਮੁੱਲ ਨਹੀਂ, ਸਾਡੀ ਕੋਈ ਕੀਮਤ ਨਹੀਂ। हे ਸੱਚੇ ਪਾਤਸ਼ਾਹ, ਸਾਡੀ ਬੁੱਧੀ ਲੋਹੇ ਵਰਗੀ, ਪੱਥਰ ਵਰਗੀ ਜੜ ਬੁੱਧੀ ਹੈ। ਗੁਰ ਸੰਗਤ ਨਾਵ ਤਰਾਵੈ। ਹੁਣ ਲੋਹਾ ਤੇ ਪੱਥਰ ਨਦੀ ਤੋਂ ਤਰ ਨਹੀਂ ਸਕਦੇ। ਨਦੀ 'ਚ ਤਰਨਾ ਪੱਥਰ ਦੇ ਵੱਸ ਦੀ ਗੱਲ ਨਹੀਂ, ਨਦੀ 'ਚ ਤਰਨਾ ਲੋਹੇ ਦੇ ਵੱਸ ਦੀ ਗੱਲ ਨਹੀਂ। ਨਦੀ ਬੜੀ ਵੱਡੀ ਹੈ, ਅਸੀਂ ਪੱਥਰ ਹਾਂ, ਪਾਪਾਂ ਨਾਲ ਲਿਬੜੇ ਹੋਏ ਪੱਥਰ ਹਾਂ। ਅਸੀਂ ਕਾਮੀਆਂ, ਕ੍ਰੋਧੀਆਂ, ਲਾਲਚੀਆਂ, ਲੋਭੀਆਂ ਸਾਰੇ ਹੀ ਸਾਡੇ ਜੈਬ ਨੇ, ਸਾਰੇ ਹੀ ਪਾਪ ਨੇ। ਨਦੀ ਬੜੀ ਵੱਡੀ ਹੈ, ਸਮੁੰਦਰ ਬੜਾ ਵੱਡਾ ਜਿਹੜਾ ਤਰਨਾ। ਆਖੋ ਵਾਹਿਗੁਰੂ। ਜਿਹੜੀ ਨਦੀ ਤਰ ਕੇ ਲੰਘਣੀ ਹੈ ਸੰਸਾਰ ਦੀ, ਬੜੀ ਵੱਡੀ ਹੈ। ਅਸੀਂ ਪੱਥਰ ਹਾਂ। ਮਹਾਰਾਜ ਸਾਨੂੰ ਕਿਸ਼ਤੀ ਚਾਹੀਦੀ ਹੈ, ਸਾਨੂੰ ਬੋਟ ਚਾਹੀਦੀ ਹੈ, ਸਾਨੂੰ ਬੇੜੀ ਚਾਹੀਦੀ ਹੈ ਜਿਹਦੇ ਤੇ ਅਸੀਂ ਪਾਰ ਲੰਘ ਸਕੀਏ। ਉਹ ਕਿਹੜੀ ਬੇੜੀ ਹੈ? ਗੁਰ ਸੰਗਤ ਨਾਵ ਤਰਾਵੈ ਗੋ। ਗੁਰੂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਉਹ ਇੱਕ ਐਸਾ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ। ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰਨ ਹਾਰ। ਗੁਰ ਸੰਗਤ ਨਾਵ ਤਰਾਵੈ ਗੋ। ਸ੍ਰੀ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਦੀ ਸੰਗਤ ਮਿਲ ਜਾਵੇ, ਉਹਦੇ ਪਿਆਰਿਆਂ ਸੰਤਾਂ ਭਗਤਾਂ ਗੁਰੂ ਕੇ ਸਿੱਖਾਂ ਦੀ ਸੰਗਤ ਮਿਲ ਜਾਵੇ, ਸਾਡਾ ਪਾਪੀਆਂ ਦਾ ਬੇੜਾ ਇਸ ਸੰਸਾਰ ਤੋਂ ਪਾਰ ਲੰਘ ਜਾਵੇ। ਜਿਉ ਸਤ ਸੰਗਤ ਤਰਿਓ ਜਲਾਹੋ, ਸੰਤ ਜਨ ਨਾਮ ਨ ਭਾਵੈ ਗੋ। ਆਹ ਜਿਵੇਂ ਸਾਧ ਸੰਗਤ ਕਰਕੇ ਜੁਲਾਹਾ ਤਰ ਗਿਆ। ਜੁਲਾਹੋ ਕਬੀਰ ਸਾਹਿਬ ਵਾਸਤੇ ਵਰਤਿਆ। ਜਿਉ ਸਤ ਸੰਗਤ ਤਰਿਓ ਜੁਲਾਹੋ। ਲੋਕਾਂ ਦੀ ਨਿਗਾਹ ਵਿੱਚ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਲ। ਜਿੰਨੇ ਲੋਕਾਂ ਨੇ ਜੁਲਾਹਿਆਂ ਦੇ ਚੁਟਕਲੇ ਬਣਾਏ ਨੇ, ਇਹਨੇ ਸ਼ਾਇਦ ਕਿਸੇ ਤੇ ਨਾ ਬਣਾਏ ਹੋਣ। ਜੁਲਾਹਿਆਂ ਦੀ ਜਿਹੜੀ ਜਾਤ ਹੈ, ਕਬੀਰ ਸਾਹਿਬ ਦੀ ਜਿਹੜੀ ਬਰਾਦਰੀ ਹੈ, ਉਹਦੇ ਤੇ ਲੋਕਾਂ ਨੇ ਬਹੁਤ ਹੀ ਜੋਕ ਬਣਾਏ ਹੁੰਦੇ ਨੇ, ਮਜ਼ਾਕ ਬਣਾਏ ਹੁੰਦੇ ਨੇ, ਲੋਕ ਹੱਸਦੇ ਨੇ। ਕਬੀਰ ਸਾਹਿਬ ਕਹਿੰਦੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਣ। ਸਾਰੇ ਹੱਸੀ ਕਰਦੇ ਨੇ, ਮਜ਼ਾਕ ਕਰਦੇ ਨੇ ਵੀ ਜੁਲਾਹਿਆ, ਪਰ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ। ਜਿਉਂ ਸਤ ਸੰਗਤ ਤਰਿਓ ਜੁਲਾਹੋ। ਸਤਿਗੁਰੂ ਰਾਮਦਾਸ ਕਹਿੰਦੇ ਸਾਧ ਸੰਗਤ ਕਰਕੇ ਜੁਲਾਹਾ ਤਰ ਗਿਆ। ਜਿਹਨੂੰ ਕਹਿੰਦੇ ਆ ਵੀ ਬੜੀ ਨੀਵੀਂ ਜਾਤ ਦਾ, ਇਹ ਰਾਮ ਰਾਮ ਬੋਲ ਹੀ ਨਹੀਂ ਸਕਦਾ। ਕਬੀਰ ਸਾਹਿਬ ਜੀ ਮਹਾਰਾਜ ਜਦੋਂ ਰਾਮ 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 ਜਪਣ ਮਗਨ ਹੋ ਗਏ ਤੇ ਪੰਡਤਾਂ ਨੇ ਉੱਥੇ ਮਵੇਲਾ ਖੜਾ ਕਰ ਲਿਆ ਵੀ ਤੈਨੂੰ ਰਾਮ ਨਾਮ ਜਪਣ ਦਾ ਅਧਿਕਾਰ ਕਿਹਨੇ ਦਿੱਤਾ? ਤੇਰਾ ਗੁਰੂ ਕੌਣ ਹੈ? ਕਿਉਂਕਿ ਗੁਰੂ ਤੋਂ ਬਿਨਾਂ ਮੰਤਰ ਲੈ ਕੇ ਲਿਆ ਨਹੀਂ ਜਾ ਸਕਦਾ ਤੇ ਗੁਰੂ ਤੋਂ ਬਿਨਾਂ ਮੰਤਰ ਜਪਿਆ ਨਹੀਂ ਜਾ ਸਕਦਾ। ਤੂੰ ਮੰਤਰ ਚੋਰੀ ਕੀਤਾ, ਕਿੱਥੋਂ ਜਪਿਆ?
ਕਬੀਰ ਸਾਹਿਬ ਕਹਿੰਦੇ ਮੈਂ ਗੁਰੂ ਰਾਮਾਨੰਦ ਜੀ ਮਹਾਰਾਜ ਤੋਂ ਲਿਆ। ਰਾਮਾਨੰਦ ਉਹ ਤਾਂ ਬ੍ਰਾਹਮਣ ਹਨ, ਉਹਦਾ ਸ਼ੂਦਰ ਨੂੰ ਮੰਤਰ ਦੇ ਨਹੀਂ ਸਕਦੇ। ਸਾਰੇ ਬ੍ਰਾਹਮਣ ਇਕੱਠੇ ਹੋ ਕੇ ਰਾਮਾਨੰਦ ਦੇ ਆਸ਼ਰਮ ਪਹੁੰਚ ਗਏ। ਭਾਈ ਗੁਰਦਾਸ ਜੀ ਨੇ ਕਥਾ 10ਵੀਂ ਵਾਰ 'ਚ ਲਿਖੀ ਹੈ, ਕਹਿੰਦੇ ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਰਾਮਾਨੰਦ ਜੀ ਉੱਥੇ ਆਪਣੇ ਆਸ਼ਰਮ 'ਚ ਬੈਠੇ ਨੇ। ਪੰਡਤਾਂ ਨੇ ਆ ਰੌਲਾ ਪਾਇਆ, ਰਾਮਾਨੰਦ ਜੀ ਬਾਹਰ ਆਓ। ਉਹ ਬਾਹਰ ਆਏ। ਹਾਂ ਪੰਡਤ ਜੀ ਕੀ ਹੁਕਮ ਹੈ? ਤੁਸੀਂ ਸ਼ੂਦਰਾਂ ਨੂੰ ਮੰਤਰ ਦੇਣ ਲੱਗ ਪਏ ਹੋ, ਜੁਲਾਹਿਆਂ ਨੂੰ, ਉਹ ਵੀ ਮੁਸਲਮਾਨਾਂ ਦੇ ਮੁੰਡੇ ਨੂੰ ਰਾਮ ਰਾਮ ਦਾ ਮੰਤਰ ਦਿੱਤਾ। ਉਹ ਰਾਮਾਨੰਦ ਜੀ ਕਹਿੰਦੇ ਭਾਈ ਤੁਹਾਡੀ ਹੋਸ਼ ਟਿਕਾਣੇ ਆ, ਵੀ ਤੁਸੀਂ ਕੀ ਗੱਲਾਂ ਕਰ ਰਹੇ ਹੋ? ਮੈਂ ਕਿਸੇ ਜੁਲਾਹੇ ਨੂੰ ਜਾਣਦਾ ਨਹੀਂ, ਮੈਂ ਕਿਸੇ ਜੁਲਾਹੇ ਨੂੰ ਮੰਤਰ ਦਿੱਤਾ ਨਹੀਂ। ਉਹ ਕਹਿੰਦੇ ਨਹੀਂ, ਉਹ ਕਬੀਰ ਜੁਲਾਹਿਆਂ ਦਾ ਮੁੰਡਾ ਮੁਸਲਮਾਨਾਂ ਦਾ, ਉਹ ਰਾਮ ਰਾਮ ਜਪ ਰਿਹਾ। ਉਹਨੂੰ ਪੁੱਛਿਆ ਤੂੰ ਕਿੱਥੋਂ ਲਿਆ? ਉਹ ਕਹਿੰਦਾ ਕਿ ਗੁਰੂ ਮੇਰੇ ਰਾਮਾਨੰਦ ਜੀ ਹਨ। ਕਬੀਰ ਨੂੰ ਬੁਲਾਓ। ਬੁਲਾਇਆ ਗਿਆ। ਹਾਂ ਵੀ ਕਬੀਰ ਭਾਈ ਅਸੀਂ ਤੈਨੂੰ ਕਦੋਂ ਰਾਮ ਨਾਮ ਦਿੱਤਾ? ਤੂੰ ਕਦੋਂ ਸਾਡਾ ਚੇਲਾ ਬਣ ਗਿਆ? ਕਦੋਂ ਤੂੰ ਸਾਨੂੰ ਮਿਲਿਆ? ਕਹਿਣ ਲੱਗੇ ਗੁਰਦੇਵ ਅੱਜ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਤੁਸੀਂ ਜਦੋਂ ਗੰਗਾ ਤੇ ਪੰਚ ਗੰਗਾ ਘਾਟ, ਸਾਧ ਸੰਗਤ ਜੀ ਕਦੀ ਬਨਾਰਸ ਜਾਓ, ਸਾਡਾ ਬਹੁਤ ਇਤਿਹਾਸ ਉੱਥੇ ਵੀ ਪਿਆ। ਪਹਿਲੀ ਪਾਤਸ਼ਾਹੀ ਤੇ 9ਵੀਂ ਪਾਤਸ਼ਾਹੀ ਦਾ ਸਥਾਨ ਉੱਥੇ ਹੈ। ਗੁਰੂ ਸਾਹਿਬਾਂ ਦੇ ਹੱਥ ਲਿਖਤ ਹੁਕਮਨਾਮੇ ਵੀ ਉੱਥੇ ਬਹੁਤ ਗੁਰੂ ਤੇਗ ਬਹਾਦਰ ਸਾਹਿਬ ਦੇ ਪਏ ਨੇ, ਤੇ ਭਗਤ ਕਬੀਰ ਸਾਹਿਬ ਤੇ ਭਗਤ ਰਵਿਦਾਸ ਜੀ ਦੇ ਵੱਖਰੇ ਵੱਖਰੇ ਸਥਾਨ ਵੀ ਉੱਥੇ ਨੇ, ਤੇ ਭਗਤ ਰਾਮਾਨੰਦ ਜੀ ਮਹਾਰਾਜ ਦਾ ਉੱਥੇ ਸਥਾਨ ਪੰਚ ਗੰਗਾ ਘਾਟ, ਉਹ ਜਿੱਥੋਂ ਉਤਰਦੇ ਸਨ। ਪੌੜੀਆਂ ਬਣੀਆਂ ਹੋਈਆਂ ਸੀ ਨਦੀ ਦੇ ਵਿੱਚ ਉਤਰਨ ਵਾਲੀਆਂ। ਭਗਤ ਕਬੀਰ ਸਾਹਿਬ ਉੱਥੇ ਜਾ ਕੇ ਲੰਮੇ ਪੈ ਗਏ, ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਮੈਂ ਰਾਮਾਨੰਦ ਜੀ ਕੋਲ ਸਿੱਧਾ ਜਾ ਕੇ ਕਹਾਂਗਾ ਮੰਤਰ ਦੇ ਦਿਓ, ਉਹਨਾਂ ਨੇ ਦੇਣਾ ਨਹੀਂ, ਮਜਬੂਰੀ ਉਹਨਾਂ ਦੀ ਵੀ। ਉਹਨਾਂ ਨੂੰ ਵੀ ਪੰਡਤਾਂ ਨੇ ਬੰਨਿਆ ਹੋਇਆ ਮਰਿਆਦਾ ਵਿੱਚ। ਮਹਾਰਾਜ ਤੁਸੀਂ ਜਦੋਂ ਸਵੇਰੇ ਇਸ਼ਨਾਨ ਕਰਨ ਉਤਰ ਰਹੇ ਸੀ, ਮੈਂ ਉੱਥੇ ਪੌੜੀਆਂ ਤੇ ਲੰਮਾ ਪਿਆ ਸੀ ਤੇ ਤੁਹਾਡੇ ਚਰਨ ਮੇਰੇ ਸਿਰ ਨੂੰ ਲੱਗੇ ਸੀ, ਠੋਕਰ ਵੱਜੀ ਸੀ, ਤੇ ਤੁਹਾਡੀ ਰਸਨਾ ਤੋਂ ਮਹਾਰਾਜ ਬਚਨ ਨਿਕਲਿਆ ਸੀ। ਆਪ ਜੀ ਨੇ ਫਰਮਾਇਆ ਸੀ ਉਠੋ ਰਾਮ ਕੇ ਰਾਮ ਕਹੋ। ਬਸ ਤੁਹਾਡੇ ਚਰਨ ਮੇਰੇ ਸੀਸ ਨੂੰ ਛੂ ਗਏ, ਤੁਹਾਡੇ ਬਚਨ ਮੇਰੇ ਕੰਨਾਂ ਰਾਹੀਂ ਮੇਰੇ ਹਿਰਦੇ 'ਚ ਪਹੁੰਚ ਗਏ। ਮਹਾਰਾਜ ਤੁਸੀਂ ਰਾਮ ਕੇ ਰਾਮ ਕਹੋ, ਤੇ ਫਿਰ ਮੈਂ ਰਾਮ ਰਾਮ ਕਹਿਣਾ ਸ਼ੁਰੂ ਕਰਤਾ, ਮੇਰੇ ਤੇ ਕਲਾ ਵਰਤ ਗਈ। ਭਾਈ ਸਾਹਿਬ ਗੁਰਦਾਸ ਜੀ ਲਿਖਦੇ ਨੇ ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਹਾਵਣ ਗੰਗਾ ਤਾਈ। ਗੰਗਾ ਇਸ਼ਨਾਨ ਕਰਨ ਗਏ, ਉੱਥੇ ਕਬੀਰ ਨੂੰ ਗੁਰਮੰਤਰ ਦੇਤਾ ਤੇ ਕਬੀਰ ਦੇ ਰੋਮ ਰੋਮ 'ਚ ਰਾਮ ਰਾਮ ਵਸ ਗਿਆ। ਰਾਮਾਨੰਦ ਜੀ ਪੰਡਤਾਂ ਨੂੰ ਕਹਿੰਦੇ ਪੰਡਤ ਜੀ ਜਾਓ ਵਾਪਸ, ਇਹ ਕੰਮ ਹੋ ਗਿਆ ਜਿਹੜਾ ਹੋਣਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵਾਪਸ ਨਹੀਂ ਹੋ ਸਕਦਾ, ਇਹ ਤੇ ਰੋਮ ਰੋਮ 'ਚ ਵਸ ਗਿਆ, ਹੁਣ ਇਹਨੂੰ ਕੋਈ ਕੱਢ ਨਹੀਂ ਸਕਦਾ। ਮਹਾਰਾਜ ਗੁਰੂ ਰਾਮਦਾਸ ਕਹਿੰਦੇ ਜਿਉਂ ਸਤ ਸੰਗਤ ਤਰਿਓ ਜੁਲਾਹੋ। ਹਾਂਜੀ ਸੰਤ ਜਨਾਮ ਨਿਭਾਵੈ ਗੋ। ਕਹਿੰਦੇ ਸੰਤਾਂ ਦੇ ਮਨ ਵਿੱਚ ਜਦੋਂ ਕੋਈ ਗੱਲ ਭਾ ਜਾਂਦੀ ਹੈ ਨਾ, ਕੋਈ ਬੰਦਾ ਸੰਤਾਂ ਦੀ ਸੇਵਾ ਕਰੇ, ਸੰਤਾਂ ਦੀ ਸੰਗਤ 'ਚ ਪ੍ਰਵਾਨ ਚੜ ਜੇ, ਕੋਈ ਸਾਧੂ ਮਹਾਤਮਾ ਕਿਸੇ ਸੇਵਕ ਦੀ ਸੇਵਾ ਦੇ ਰੀਝ ਪਵੇ, ਗੱਲ ਉਦੋਂ ਬਣਦੀ ਹੈ। ਐਵੇਂ ਗੱਲਾਂ ਬਾਤਾਂ ਨਾਲ ਜੋ ਮਰਜ਼ੀ ਕੋ ਕਰੀ ਜਾਓ, ਬਿਨਾਂ ਸਾਧ ਸੰਗਤ ਦੇ ਪ੍ਰਾਪਤੀ ਨਹੀਂ। ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਨੇ ਲਿਖਤਾ ਬਿਨਾਂ ਸਾਧੂ ਨਾ ਸਿੱਧਿਅਤੇ। ਬਿਨਾਂ ਸਾਧੂ ਦੇ ਪਰਮ ਪਦ ਦੀ ਪ੍ਰਾਪਤੀ ਕਿਸੇ ਨੂੰ ਨਹੀਂ ਹੋਈ, ਨਹੀਂ ਹੋਈ, ਨਹੀਂ ਹੋਈ। ਆਖੋ ਸ੍ਰੀ ਵਾਹਿਗੁਰੂ। ਸਤ ਸੰਗਤ ਵੱਡੀ ਚੀਜ਼ ਹੈ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਹਾਂਜੀ ਇਹ ਪਵਿੱਤਰ ਬਾਣੀ ਸਾਨੂੰ ਦੱਸ ਰਹੀ ਹੈ। ਅੱਜ ਸਾਡੇ ਸਮਾਜ ਵਿੱਚ ਸਾਧ ਸੰਗਤ ਜੀ ਬਹੁਤ ਪ੍ਰਕਾਰ ਦੀਆਂ ਭ੍ਰਾਂਤੀਆਂ, ਜਿਹੜੇ ਲੋਕ ਬਾਣੀ ਨਹੀਂ ਪੜ੍ਹਦੇ, ਇਤਿਹਾਸ ਨਹੀਂ ਪੜ੍ਹਦੇ, ਗੁਰਬਾਣੀ ਤੋਂ ਦੂਰ ਹਨ, ਉਹ ਇੰਟਰਨੈਟ ਦਾ ਗਿਆਨ ਸਾਨੂੰ ਖਰਾਬ ਕਰ ਰਿਹਾ। ਫੇਸਬੁੱਕ ਵਟਸਐਪ ਤੇ ਜੋ ਕੁਝ ਪਾ ਦਿੰਦਾ ਉਹੀ ਅਸੀਂ ਗੁਰਮਤ ਸਮਝ ਲੈਂਦੇ ਹਾਂ। ਤੇ ਮੈਨੂੰ ਪਤਾ ਨਹੀਂ ਵੀ ਜਿਹੜੇ ਬੰਦੇ ਨੂੰ ਊੜਾ ਨਹੀਂ ਨਾ ਹੁੰਦਾ, ਮੂਲ ਮੰਤਰ ਦਾ ਪਾਠ ਨਹੀਂ ਆਉਂਦਾ, ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ, ਉਹ ਸਾਨੂੰ ਗੁਰਮਤ ਸਮਝਾਉਣ ਆ ਜਾਂਦੇ।
ਆਖੇ ਜੀ ਗੁਰਮਤਿ ਆ ਕਹਿੰਦੀ। ਉਹਨਾਂ ਨੂੰ ਪੁੱਛੀਏ ਵੀ ਗੁਰਮਤਿ ਕਿਹੜੇ ਗ੍ਰੰਥ 'ਚ ਲਿਖੀ ਜਿਹੜੀ ਤੁਹਾਡੇ ਵਾਲੀ ਹੈ? ਫੇਸਬੁੱਕ ਦੀ ਪੋਥੀ ਤੇ ਤਾਂ ਪ੍ਰਵਾਨ ਹੋਣੀ ਕੋਈ ਨਹੀਂ। ਖਾਲਸਾ ਜੀ, ਗੁਰੂ ਸਾਹਿਬ ਜੀ ਦੀ ਬਾਣੀ ਪੜੋ। ਬਾਣੀ ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ। ਇਹ ਜਿਉਂ-ਜਿਉਂ ਖੋਜੋਗੇ ਨਾ ਤਿਉਂ-ਤਿਉਂ ਪਾਓਗੇ। ਗੁਰਬਾਣੀ ਦੇ ਵਿੱਚ ਸਾਰੇ ਪਦਾਰਥ ਨੇ। ਭਾਈ ਗੁਰਦਾਸ ਜੀ ਨੇ ਲਿਖਿਆ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਨੇਚੈ ਪ੍ਰਸਾਦ ਪਾਵੇ। ਕਹਿੰਦੇ ਸਮੁੰਦਰ 'ਚ ਸਾਰਾ ਕੁਝ ਹੈ, ਪਰ ਸਾਰਿਆਂ ਨੂੰ ਲੱਭਦਾ ਨਹੀਂ। ਜਿਹੜੇ ਕਿਨਾਰਿਆਂ ਤੇ ਖੜੇ ਰਹਿੰਦੇ ਘੋਗੇ ਹੀ ਚੁਗਦੇ ਆ। ਜੇ ਮੋਤੀ ਹੀਰੇ ਲੱਭਣੇ ਆ ਤੇ ਡੂੰਘਾ ਜਾਣਾ ਪੈਂਦਾ। ਏਦਾਂ ਗੁਰੂ ਗ੍ਰੰਥ ਸਾਹਿਬ ਤੈਸੇ ਗੁਰਬਾਣੀ ਪਿਛੇ ਸਗਲ ਪਦਾਰਥ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਾਰਾ ਕੁਝ ਹੈ। ਜੋਈ ਜੋਈ ਖੋਜੈ ਸੋਈ ਸੋਈ ਨਹੀਂ ਪੁਜਾਵੇ। ਜਿਹੜਾ ਵੀ ਇਹਨੂੰ ਖੋਜੇਗਾ, ਜਿਹੜਾ ਬਾਣੀ 'ਚ ਚੁੱਭੀ ਮਾਰੇਗਾ, ਉਹਨੂੰ ਹੀ ਹੀਰੇ ਮੋਤੀ ਰਤਨ ਜਵਾਹਰਾਤ ਲੱਭਣਗੇ। ਰੋਜ਼ ਪੜ੍ਹਦੇ ਆ ਮੱਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਗੁਰੂ ਦੀ ਸਿੱਖਿਆ ਸੁਣ ਲਓ, ਗੁਰੂ ਗ੍ਰੰਥ ਸਾਹਿਬ ਦੀ ਇੱਕ ਬਚਨ ਸੁਣ ਲਓ, ਤੁਹਾਡੀ ਮੱਤ ਵਿੱਚ ਰਤਨ ਜਵਾਹਰ ਹੀਰੇ ਪ੍ਰਗਟ ਹੋ ਜਾਂਦੇ ਆ। ਤੇ ਜੇ ਗੁਰਬਾਣੀ ਨਾਲ ਜੁੜੋਗੇ ਤੇ ਹੋਣਗੇ ਹੀ। ਇਤਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ। ਹਮ ਪਾਥਰ ਲੋਹ ਲੋਹ ਬੜ ਪਾਥਰ, ਗੁਰ ਸੰਗਤ ਨਾਮ ਤਰਾਵੈ ਗੋ। ਜੋ ਸਤ ਸੰਗਤ ਤਰਿਓ ਜੁਲਾਹੋ, ਸੰਤ ਜਨਾ ਮਨ ਭਾਵੈ ਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।